ਸਤਿ ਸ਼੍ਰੀ ਅਕਾਲ ਜੀ। ਐਜੂਸੈਟ ਰਾਹੀਂ ਲੈਕਚਰ ਦੇ ਵਿੱਚ ਤੁਹਾਡਾ ਸਵਾਗਤ ਹੈ। ਮੈਂ ਸ਼ਿਵ ਸਿੰਘ, ਲੈਕਚਰਰ ਰਾਜਨੀਤੀ ਵਿਗਿਆਨ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਜਖੇਪਲ। ਅੱਜ ਦਾ ਆਪਣਾ ਵਿਸ਼ਾ ਜਿਹੜਾ ਹੈ ਉਹ ਹੈ ਭਾਰਤੀ ਲੋਕਤੰਤਰ ਦੀਆਂ ਸਮੱਸਿਆਵਾਂ ਅਤੇ ਵਿਸ਼ੇਸ਼ਤਾਵਾਂ। ਆਪਾਂ ਨੂੰ ਪਤਾ ਹੈ ਵੀ ਜਦੋਂ ਤੋਂ ਮਨੁੱਖ ਨੇ ਧਰਤੀ ਦੇ ਉੱਤੇ ਜਨਮ ਲਿਆ, ਜਦੋਂ ਤੋਂ ਮਨੁੱਖ ਧਰਤੀ ਦੇ ਉੱਤੇ ਰਹਿਣ ਲੱਗਿਆ, ਜੋ ਵੀ ਆਪਣੇ ਸਮਾਜਿਕ ਵਿਗਿਆਨੀ ਨੇ ਜਾਂ ਪੋਲੀਟੀਕਲ ਸਾਇੰਸ ਦੇ ਜਿਹੜੇ ਵਿਗਿਆਨੀ ਨੇ ਉਹ ਇਹ ਗੱਲ ਸਮਝਦੇ ਨੇ ਵੀ ਜਦੋਂ ਵੀ ਮਨੁੱਖ ਆ ਜਿਹੜਾ ਧਰਤੀ ਦੇ ਉੱਤੇ ਰਹਿਣ ਲੱਗਿਆ ਤਾਂ ਮਨੁੱਖ ਨੇ ਕੀ ਕਰਿਆ, ਇੱਕ ਸਮਾਜ ਦੇ ਵਿੱਚ ਰਹਿਣ ਦੇ ਲਈ ਬਹੁਤ ਸਾਰੀਆਂ ਉਹਦੀਆਂ ਮਜਬੂਰੀਆਂ ਬਣੀਆਂ। ਪਹਿਲਾਂ ਉਹ ਇਕੱਲਾ ਰਹਿੰਦਾ ਸੀ, ਇਕੱਲਾ ਘੁੰਮਦਾ ਸੀ, ਜਾਨਵਰਾਂ ਤੋਂ ਖਤਰਾ ਜਾਂ ਇਕੱਲੇ ਨੂੰ ਉਹਨੂੰ ਹੋਰ ਬਹੁਤ ਸਾਰੇ ਡਰ ਸਤਾਉਂਦੇ ਸੀਗੇ। ਪਰ ਜਦੋਂ ਉਸ ਨੂੰ ਇਹ ਗੱਲ ਦਾ ਪਤਾ ਲੱਗਿਆ, ਅਹਿਸਾਸ ਹੋਇਆ ਆਪਣੀ ਸਿਕਿਉਰਿਟੀ ਦੇ ਲਈ, ਆਪਣੀ ਸੁਰੱਖਿਆ ਦੇ ਲਈ ਵੀ ਮੈਨੂੰ ਇਕੱਠੇ ਰਹਿਣਾ ਚਾਹੀਦਾ ਹੈ, ਰਲ ਮਿਲ ਕੇ ਚੱਲਣਾ ਚਾਹੀਦਾ ਹੈ, ਤਾਂ ਅਸੀਂ ਸ਼ਿਕਾਰ ਵੀ ਸੌਖਾ ਕਰ ਸਕਦੇ ਹਾਂ ਅਤੇ ਸਭ ਕੁਛ ਅਸੀਂ ਵੰਡ ਕੇ ਖਾ ਸਕਦੇ ਹਾਂ। ਇਹਦੇ ਨਾਲ ਸਾਨੂੰ ਭੋਜਨ ਵੀ ਸੌਖਾ ਮਿਲ ਜਾਵੇਗਾ ਅਤੇ ਦੂਸਰਾ ਕੀ ਹੋਊਗਾ, ਨਾਲ ਦੀ ਨਾਲ ਸਾਨੂੰ ਸੁਰੱਖਿਆ ਵੀ ਮਿਲੂਗੀ। ਇਸੇ ਲੜੀ ਦੇ ਤਹਿਤ ਮਨੁੱਖ ਅੱਗੇ ਤਰੱਕੀ ਕਰਦਾ ਗਿਆ। ਜਦੋਂ ਇਕੱਠੇ ਮਿਲ ਕੇ ਰਹਿੰਦੇ ਗਏ ਤਾਂ ਜਿਹੜੇ ਕੰਮ ਸੀ ਉਹ ਥੋੜ੍ਹਿਆਂ ਤੋਂ ਬਹੁਤੇ ਹੁੰਦੇ ਗਏ। ਪਹਿਲਾਂ ਕੰਮ ਸਿਰਫ ਖਾਣ ਤੱਕ ਸੀਮਿਤ ਸੀ, ਹੁਣ ਕੰਮ ਸਿਰਫ ਖਾਣ ਤੱਕ ਸੀਮਿਤ ਨਹੀਂ ਰਹੇ। ਕੰਮ ਅੱਗੇ ਹੋਰ ਬਹੁਤ ਸਾਰੀਆਂ ਲੋੜਾਂ ਬਣ ਗਏ ਅਤੇ ਉਹ ਜਦੋਂ ਕੰਮ ਵੱਧਦੇ ਗਏ ਤਾਂ ਮਨੁੱਖਾਂ ਦੀਆਂ ਸਮੱਸਿਆਵਾਂ ਵੱਧਦੀਆਂ ਗਈਆਂ। ਸਰਕਾਰਾਂ ਦੇ ਮਨੁੱਖਾਂ ਨੂੰ ਕੰਟਰੋਲ ਕਰਨ ਵਾਸਤੇ, ਮਨੁੱਖੀ ਗਤੀਵਿਧੀਆਂ ਨੂੰ ਕੰਟਰੋਲ ਕਰਨ ਵਾਸਤੇ ਸਰਕਾਰਾਂ ਬਣਾਉਣੀਆਂ ਪਈਆਂ ਅਤੇ ਸਰਕਾਰਾਂ ਦੁਆਰਾ ਮਨੁੱਖ ਨੂੰ ਇੱਕ ਤਰ੍ਹਾਂ ਦਾ ਕਾਨੂੰਨਾਂ ਰਾਹੀਂ ਚਲਾਇਆ ਗਿਆ। ਹੌਲੀ ਹੌਲੀ ਅਸੀਂ ਜਦੋਂ ਆਪਾਂ ਨੂੰ ਪਤਾ ਲੱਗਦਾ ਵੀ ਅਸੀਂ ਕਬੀਲਾਈ ਪ੍ਰਥਾ ਤੋਂ ਰਾਜੇ ਮਹਾਰਾਜੇ ਵਾਲੇ ਸਮੇਂ ਦੇ ਵਿੱਚ ਦਾਖਲ ਹੁੰਦੇ ਹਾਂ, ਤਾਂ ਜਿਹੜੇ ਰਾਜੇ ਮਹਾਰਾਜੇ ਸੀ ਉਹਨਾਂ ਨੇ ਕਾਨੂੰਨ ਕਿਸ ਤਰ੍ਹਾਂ ਦੇ ਬਣਾਏ। ਹੌਲੀ ਹੌਲੀ ਧਰਮ ਦਾ ਜਨਮ ਹੋਇਆ। ਜੋ ਆਪਾਂ ਪੋਲੀਟੀਕਲ ਸਾਇੰਸ ਦੇ ਸ਼ੁਰੂਆਤ ਦੇ ਵਿੱਚ ਗੱਲ ਕਰਦੇ ਹੁੰਦੇ ਹਾਂ, ਉਹੀ ਇੱਥੇ ਮੈਂ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਹੌਲੀ ਹੌਲੀ ਜਿਹੜਾ ਅੱਜ ਦਾ ਜਿਹੜਾ ਸਮਾਂ ਸੀ ਉਹ ਆਪਾਂ ਇੱਥੇ ਤੱਕ ਪੁੱਜੇ। ਜਦੋਂ ਆਪਾਂ ਰਾਜੇ ਮਹਾਰਾਜਿਆਂ ਦੀ ਗੱਲ ਕਰ ਰਹੇ ਸੀ, ਜਿਨ੍ਹਾਂ ਸਮਿਆਂ ਦੇ ਵਿੱਚ ਜਿਹੜੀ ਆਮ ਜਨਤਾ ਉਹਨੂੰ ਕੋਈ ਅਧਿਕਾਰ ਨਹੀਂ ਸੀ ਵੀ ਉਹਨਾਂ ਉੱਤੇ ਕਿਹੋ ਜਿਹੀ ਸਰਕਾਰ ਹੋਵੇ, ਉਹਨਾਂ ਦੇ ਅਧਿਕਾਰ ਕੀ ਹੋਣ, ਉਹ ਕਿਸ ਤਰੀਕੇ ਦੇ ਨਾਲ ਆਪਦੇ ਅਧਿਕਾਰਾਂ ਅਤੇ ਕਰਤੱਵਾਂ ਦੀ ਗੱਲ ਕਰ ਸਕਦੇ ਨੇ। ਤਾਂ ਉਸ ਸਮੇਂ ਦੇ ਦੌਰਾਨ ਬਹੁਤ ਸਾਰੀਆਂ ਜਿਹੜੀਆਂ ਬੰਦਸ਼ਾਂ ਉਹਨਾਂ ਦੇ ਉੱਤੇ ਲੱਗੀਆਂ ਹੋਈਆਂ ਸੀ, ਕਿਉਂਕਿ ਧਰਮ ਦਾ ਬੋਲਬਾਲਾ ਸੀ, ਜਾਤ ਪਾਤ ਦਾ ਬੋਲਬਾਲਾ ਸੀ। ਰਾਜੇ ਮਹਾਰਾਜਿਆਂ ਦੇ ਪਿਤਾ ਗੱਦੀ ਦੇ ਆਧਾਰ ਦੇ ਉੱਤੇ ਜਿਹੜੀਆਂ ਅੱਗੇ ਗੱਦੀਆਂ ਸੌਂਪੀਆਂ ਜਾਂਦੀਆਂ ਸੀਗੀਆਂ। ਤਾਂ ਇਹ ਸਭ ਦੇ ਵਿੱਚੋਂ ਨਿਕਲ ਕੇ ਅਸੀਂ ਸੰਨ 1947 15 ਅਗਸਤ ਨੂੰ ਆਜ਼ਾਦੀ ਪ੍ਰਾਪਤ ਕੀਤੀ ਅਤੇ ਆਜ਼ਾਦੀ ਪ੍ਰਾਪਤ ਕਰਨ ਦੇ ਨਾਲ ਹੀ ਸਾਡੇ ਜਿਹੜੇ ਸੰਵਿਧਾਨ ਦੇ ਘਾੜੇ ਸੀ ਜਾਂ ਸਾਡੇ ਜਿਹੜੇ ਭਾਰਤ ਦੇਸ਼ ਦੇ ਆਗੂ ਸੀ, ਉਹਨਾਂ ਨੇ ਕੋਸ਼ਿਸ਼ ਕੀਤੀ, ਉਹਨਾਂ ਨੇ ਇੱਕ ਟੀਚਾ ਰੱਖਿਆ ਵੀ ਜਿਹੜਾ ਭਾਰਤ ਦੇਸ਼ ਹੈ, ਭਾਵੇਂ ਇੱਥੇ ਬਹੁਤ ਸਾਰੀਆਂ ਭਾਸ਼ਾਵਾਂ ਨੇ, ਬਹੁਤ ਸਾਰੇ ਧਰਮ ਨੇ, ਬਹੁਤ ਤਰ੍ਹਾਂ ਦੇ ਸੱਭਿਆਚਾਰ ਨੇ, ਡਾਇਵਰਸਿਟੀ ਹੈ ਇੱਥੇ, ਭਿੰਨਤਾਵਾਂ ਨੇ ਇੱਥੇ, ਪਰੰਤੂ ਆਪਾਂ ਭਾਰਤ ਦੇਸ਼ ਨੂੰ ਇੱਕ ਜੋੜ ਕੇ ਰੱਖਣਾ ਅਤੇ ਦੂਸਰਾ ਇੱਥੇ ਜਿਹੜਾ ਸੰਵਿਧਾਨ ਬਣਾਉਣਾ, ਇੱਥੇ ਜਿਹੜਾ ਢਾਂਚਾ ਖੜਾ ਕਰਨਾ ਰਾਜਨੀਤੀ ਦਾ, ਉਹ ਲੋਕਤੰਤਰੀ ਢਾਂਚਾ ਖੜਾ ਕਰਨਾ ਹੈ। ਲੋਕਤੰਤਰੀ ਢਾਂਚਾ, ਜਦੋਂ ਅਸੀਂ ਲੋਕਤੰਤਰ ਸ਼ਬਦ ਨੂੰ ਸੁਣਦੇ ਹਾਂ, ਲੋਕ ਅਤੇ ਤੰਤਰ, ਤਾਂ ਸਾਡੇ ਦਿਮਾਗ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਉਹ ਨਿਕਲ ਆਉਂਦੀਆਂ ਨੇ। ਇੱਕ ਅਬਰਾਹਿਮ ਲਿੰਕਨ ਜੀ ਦੀ ਜਿਹੜੇ ਅਮਰੀਕਾ ਦੇ ਰਾਸ਼ਟਰਪਤੀ ਹੋਏ ਨੇ, ਉਹਨਾਂ ਦੇ ਕੁਝ ਸ਼ਬਦ ਨੇ ਲੋਕਤੰਤਰ ਬਾਰੇ। ਡੈਮੋਕ੍ਰੇਸੀ ਇਜ਼ ਦਾ ਗੌਰਮੈਂਟ ਆਫ ਦਾ ਪੀਪਲ, ਬਾਏ ਦਾ ਪੀਪਲ ਐਂਡ ਫਾਰ ਦਾ ਪੀਪਲ। ਜਿਹੜੀ ਲੋਕਤੰਤਰ ਹੈ ਉਹ ਸਰਕਾਰ ਹੁੰਦੀ ਹੈ ਲੋਕਾਂ ਦੀ, ਲੋਕਾਂ ਦੁਆਰਾ ਅਤੇ ਲੋਕਾਂ ਲਈ। ਅਤੇ ਜਦੋਂ ਲੋਕਤੰਤਰ ਦਾ ਇਹ ਢਾਂਚਾ ਵਿਕਸਿਤ ਹੋਇਆ, ਇੱਥੇ ਤੱਕ ਪਹੁੰਚਿਆ, ਤਾਂ ਭਾਰਤ ਦੇ ਸੰਵਿਧਾਨ ਘਾੜਿਆਂ ਨੇ ਅਤੇ ਨਾਲ ਦੀ ਨਾਲ ਜਿਹੜੇ ਭਾਰਤ ਦੇ ਆਗੂ ਸੀ ਉਹਨਾਂ ਨੇ ਸੋਚਿਆ ਵੀ ਅਸੀਂ ਵੀ ਇਸੇ ਲੜੀ ਦੇ ਤਹਿਤ ਆਪਣੇ ਦੇਸ਼ ਨੂੰ ਅੱਗੇ ਵਧਾਵਾਂਗੇ ਅਤੇ ਪੂਰੀ ਦੁਨੀਆ ਦੇ ਵਿੱਚ ਜਿਹੜਾ ਲੋਕਤੰਤਰ ਦਾ ਢਾਂਚਾ ਵਿਕਸਿਤ ਹੋ ਰਿਹਾ ਹੈ ਤਾਂ ਉਹਨੂੰ ਵੀ ਭਾਰਤ ਦੇ ਵਿੱਚ ਅਪਣਾ ਕੇ, ਤਾਂ ਕਿ ਸਾਡਾ ਦੇਸ਼ ਆ ਜਿਹੜਾ ਉਹ ਤਰੱਕੀ ਕਰ ਸਕੇ। ਇਸ ਕਰਕੇ ਪਿਆਰੇ ਵਿਦਿਆਰਥੀਓ, ਅੱਜ ਆਪਾਂ ਲੋਕਤੰਤਰ ਦੀਆਂ ਵਿਸ਼ੇਸ਼ਤਾਵਾਂ ਅਤੇ ਸਮੱਸਿਆਵਾਂ ਦੇ ਇਸ ਵਿਸ਼ੇ ਦੇ ਵਿੱਚ ਲੋਕਤੰਤਰ ਦੀਆਂ ਵਿਸ਼ੇਸ਼ਤਾਵਾਂ ਬਾਰੇ ਪਹਿਲਾਂ ਗੱਲ ਕਰਾਂਗੇ ਕਿ ਜਿਹੜੇ ਲੋਕਤੰਤਰ ਦੀਆਂ ਵਿਸ਼ੇਸ਼ਤਾਵਾਂ ਕੀ ਨੇ ਭਾਰਤ ਦੇ ਵਿੱਚ ਕਿਹੜੇ ਤਰੀਕਿਆਂ ਨਾਲ ਅਸੀਂ ਚੈੱਕ ਕਰ ਸਕਦੇ ਹਾਂ ਵੀ ਲੋਕਤੰਤਰ ਹੈ। ਆਪਾਂ ਸਮਝ ਸਕਦੇ ਹਾਂ ਵੀ ਲੋਕਤੰਤਰ ਕਹਿੰਦੇ ਕਿਹਨੂੰ ਨੇ। ਜਿੱਥੇ
ਹਰੇਕ ਇਨਸਾਨ ਨੂੰ ਆਪਦੀ ਗੱਲ ਕਹਿਣ ਦੀ ਖੁੱਲ੍ਹ ਹੋਵੇ, ਸਰਕਾਰਾਂ ਲੋਕਾਂ ਦੁਆਰਾ ਚੁਣੀਆਂ ਹੋਈਆਂ ਹੋਣ, ਸਰਕਾਰਾਂ ਲੋਕਾਂ ਪ੍ਰਤੀ ਜ਼ਿੰਮੇਵਾਰ ਹੋਣ। ਇਹ ਨਹੀਂ ਹੈ ਵੀ ਸਿਰਫ ਵੋਟਾਂ ਪੈ ਗਈਆਂ ਤਾਂ ਲੋਕਤੰਤਰ ਹੋ ਗਿਆ। ਸਿਰਫ ਮੈਥ ਦੀ ਗਿਣਤੀ ਮਿਣਤੀ ਦਾ ਮਤਲਬ ਲੋਕਤੰਤਰ ਨਹੀਂ ਹੈ। ਲੋਕਾਂ ਨੂੰ ਆਪਦੀ ਗੱਲ ਕਹਿਣ ਦਾ ਅਧਿਕਾਰ ਹੋਵੇ, ਲੋਕਾਂ ਨੂੰ ਵਿਰੋਧ ਕਰਨ ਦਾ ਅਧਿਕਾਰ ਹੋਵੇ, ਭਾਵੇਂ ਉਹ ਸਰਕਾਰ ਹੀ ਕਿਉਂ ਨਾ ਹੋਵੇ। ਇਹ ਸਭ ਕੁਝ ਬਹੁਤ ਸਾਰੇ ਐਵੇਂ ਦੇ ਫੀਚਰ ਨੇ ਜਿਨ੍ਹਾਂ ਦੇ ਬਾਰੇ ਆਪਾਂ ਅੱਜ ਗੱਲ ਕਰਾਂਗੇ। ਲੋਕਤੰਤਰ ਦੀਆਂ ਵਿਸ਼ੇਸ਼ਤਾਵਾਂ ਦੇ ਵਿੱਚ ਆਪਾਂ ਕਹਿ ਸਕਦੇ ਹਾਂ, ਜੇ ਆਪਾਂ ਸ਼ੁਰੂ ਤੋਂ ਗੱਲ ਕਰੀਏ, ਕਿਉਂਕਿ ਮਨੁੱਖ ਦੀ ਸ਼ੁਰੂ ਤੋਂ ਇਹ ਗੱਲ ਚੱਲਦੀ ਆਈ ਹੈ ਵੀ ਜਿਹੜਾ ਇੱਕ ਇਨਸਾਨ ਹੈ, ਕਿਉਂਕਿ ਆਪਾਂ ਸਮਝਦੇ ਹਾਂ ਵੀ ਇਨਸਾਨ ਧਰਤੀ ਦੇ ਉੱਤੇ ਇਕੱਲਾ ਹੀ ਆਇਆ ਅਤੇ ਇਕੱਲਾ ਹੀ ਇੱਥੋਂ ਜਾਣਾ, ਅਤੇ ਇਸ ਕਰਕੇ ਉਹਨੇ ਕੀ ਕਰਨਾ, ਕੀ ਖਾਣਾ, ਕੀ ਪੀਣਾ, ਕਿਹੜਾ ਧਰਮ ਅਪਣਾਉਣਾ, ਕੀ ਕੁਛ ਵੀ ਉਹਦੀ ਜ਼ਿੰਦਗੀ ਦੇ ਵਿੱਚ ਕੀ ਐਕਟੀਵਿਟੀ ਹੋਣੀ ਆ, ਉਹ ਖੁਦ ਡਿਸਾਈਡ ਕਰੇ। ਇਹਦੇ ਵਾਸਤੇ ਅਸੀਂ ਜਿਹੜਾ ਸ਼ਬਦ ਵਰਤਦੇ ਹਾਂ ਫੰਡਾਮੈਂਟਲ ਰਾਈਟਸ, ਸਾਡੇ ਸੰਵਿਧਾਨ ਦੇ ਵਿੱਚ ਵੀ ਆਰਟੀਕਲ 12 ਤੋਂ ਲੈ ਕੇ 35 ਤੱਕ ਅਤੇ 14 ਤੋਂ ਲੈ ਕੇ 32 ਤੱਕ ਐਕਸਪਲੇਨ ਕੀਤੇ ਹੋਏ ਨੇ, ਜਿਨ੍ਹਾਂ ਨੂੰ ਆਪਾਂ ਮੌਲਿਕ ਅਧਿਕਾਰ ਕਹਿੰਦੇ ਹਾਂ। ਲੋਕਤੰਤਰ ਦੀ ਇਹ ਬਹੁਤ ਵੱਡੀ ਵਿਸ਼ੇਸ਼ਤਾ ਹੈਗੀ। ਅਸੀਂ ਨੇ ਜਿਹੜੇ ਮੌਲਿਕ ਅਧਿਕਾਰ ਨੇ, ਸਾਡੇ ਸੰਵਿਧਾਨ ਘਾੜਿਆਂ ਨੇ ਇਹਨਾਂ ਨੂੰ ਸੰਵਿਧਾਨ ਦਾ ਹਿੱਸਾ ਬਣਾਇਆ। ਇਕੱਲਾ ਹਿੱਸਾ ਹੀ ਨਹੀਂ ਬਣਾਇਆ, ਸਗੋਂ ਆਰਟੀਕਲ 13 ਦੇ ਵਿੱਚ ਇਹ ਗੱਲ ਵੀ ਕਹੀ ਹੈ ਵੀ ਜਿਹੜੇ ਮੌਲਿਕ ਅਧਿਕਾਰ ਨੇ ਇਹਨਾਂ ਦੇ ਖਿਲਾਫ ਜਾਂ ਇਹਨਾਂ ਨੂੰ ਕੱਟਦਾ, ਇਹਨਾਂ ਦੀ ਵਿਰੋਧਤਾ ਕਰਦਾ ਕੋਈ ਵੀ ਕਾਨੂੰਨ ਆ ਜਿਹੜਾ ਉਹ ਨਹੀਂ ਬਣ ਸਕਦਾ। ਭਾਵ ਜਿਹਨੂੰ ਆਪਾਂ ਜੁਡੀਸ਼ੀਅਲ ਰਿਵਿਊ ਕਹਿੰਦੇ ਹਾਂ। ਤਾਂ ਇਹ ਗੱਲ ਸਮਝਣੀ ਬਹੁਤ ਜ਼ਰੂਰੀ ਹੈ ਵੀ ਲੋਕਤੰਤਰ ਦੇ ਵਿੱਚ ਫੰਡਾਮੈਂਟਲ ਰਾਈਟਸ ਭਾਵ ਮੌਲਿਕ ਅਧਿਕਾਰਾਂ ਦੀ ਬਹੁਤ ਵੱਡੀ ਮਹੱਤਤਾ ਹੁੰਦੀ ਹੈ। ਮੌਲਿਕ ਅਧਿਕਾਰਾਂ ਦਾ ਮਤਲਬ ਐਕਸਟ੍ਰੀਮ ਰਾਈਟਸ ਹੈ, ਪਰ ਉਹਦੇ ਉੱਤੇ ਕੁਛ ਕੁ ਰੋਕਾਂ ਵੀ ਨੇ ਜਿਨ੍ਹਾਂ ਦੇ ਜਿਹੜੀਆਂ ਰੋਕਾਂ ਜਾਇਜ਼ ਨੇ, ਭਾਵ ਜਿਨ੍ਹਾਂ ਨੂੰ ਅਸੀਂ ਖੁੱਲ੍ਹ ਦਾ ਮਤਲਬ ਇਹ ਨਹੀਂ ਹੁੰਦਾ ਵੀ ਅਸੀਂ ਕੁਛ ਵੀ ਕਰੀਏ। ਜਿਵੇਂ ਸੁਤੰਤਰਤਾ ਦੇ ਦੋ ਰੂਪ ਆਉਂਦੇ ਨੇ, ਉਸੇ ਤਰ੍ਹਾਂ ਹੀ ਤਾਂ ਅਧਿਕਾਰਾਂ ਦੇ ਮਾਮਲੇ ਦੇ ਵਿੱਚ ਅਸੀਂ ਉਹ ਅਧਿਕਾਰ ਦਿੱਤੇ ਨੇ ਜਿਹੜੇ ਮਨੁੱਖੀ ਵਿਕਾਸ ਲਈ ਜ਼ਰੂਰੀ ਨੇ, ਕਿਉਂਕਿ ਆਪਾਂ ਇਹ ਗੱਲ ਪੱਕੀ ਸਮਝਦੇ ਹਾਂ ਵੀ ਜਿੰਨਾ ਚਿਰ ਮਨੁੱਖ ਲਵੇ ਸੁਤੰਤਰਤਾ ਨਹੀਂ ਹੋਊਗੀ, ਉਹਦੇ ਕੋਲੇ ਕੁਛ ਅਧਿਕਾਰ ਨਹੀਂ ਹੋਣਗੇ, ਉਹਨਾਂ ਸਮਾਂ ਉਹ ਆਪਣੀ ਜਿਹੜੀ ਸ਼ਖਸੀਅਤ ਆ ਉਹਨੂੰ ਐਕਸਪ੍ਰੈਸ ਨਹੀਂ ਕਰ ਸਕਦਾ। ਐਕਸਪ੍ਰੈਸ ਨਹੀਂ ਕਰੂਗਾ ਤਾਂ ਉਹਦਾ ਜਿਹੜਾ ਸਿਸਟਮ ਹੈ ਉਹ ਅੱਗੇ ਨਹੀਂ ਵੱਧ ਸਕਦਾ। ਇਸ ਕਰਕੇ ਫੰਡਾਮੈਂਟਲ ਰਾਈਟਸ ਦੀ ਆਪਾਂ ਗੱਲ ਕਰ ਰਹੇ ਹਾਂ। ਜਿਵੇਂ ਭਾਰਤ ਦੇ ਵਿੱਚ ਵੀ ਸਮਾਨਤਾ ਦਾ ਅਧਿਕਾਰ ਹੈ, ਕਿਉਂਕਿ ਪੁਰਾਣੇ ਸਮੇਂ ਦੀ ਮੈਂ ਪਹਿਲਾਂ ਗੱਲ ਕਰਕੇ ਹਟਿਆ ਵੀ ਪੁਰਾਣੇ ਸਮੇਂ ਦੇ ਵਿੱਚ ਇੱਕ ਦੂਜੇ ਨਾਲ ਸਮਾਨਤਾ ਨਹੀਂ ਸੀ। ਭਾਰਤ ਧਰਮਾਂ ਦੇ ਆਧਾਰ 'ਤੇ, ਜਾਤਾਂ ਦੇ ਆਧਾਰ 'ਤੇ, ਕੋਈ ਵਰਨਾਂ ਦੇ ਆਧਾਰ ਦੇ ਉੱਤੇ ਵੰਡਿਆ ਹੋਇਆ ਸੀ ਇਹ ਦੇਸ਼। ਅਤੇ ਜਦੋਂ ਇਹ ਵੰਡਿਆ ਹੋਇਆ ਸੀ ਤਾਂ ਕਿਸੇ ਦੇ ਲਈ ਕੋਈ ਅਧਿਕਾਰ ਸੀ, ਕਿਸੇ ਲਈ ਕੋਈ ਅਧਿਕਾਰ ਸੀ, ਕਿਸੇ ਕੋਲੇ ਵੱਧ ਅਧਿਕਾਰ ਸੀ, ਕਿਸੇ ਕੋਲੇ ਘੱਟ ਅਧਿਕਾਰ ਸੀ, ਕਿਸੇ ਨੂੰ ਪੜ੍ਹਨ ਦਾ ਅਧਿਕਾਰ ਸੀ, ਕਿਸੇ ਨੂੰ ਪੜ੍ਹਨ ਦਾ ਅਧਿਕਾਰ ਨਹੀਂ ਸੀ, ਕਿਸੇ ਨੂੰ ਜ਼ਮੀਨ ਰੱਖਣ ਦਾ ਅਧਿਕਾਰ ਸੀ, ਕਿਸੇ ਨੂੰ ਜ਼ਮੀਨ ਰੱਖਣ ਦਾ ਅਧਿਕਾਰ ਨਹੀਂ ਸੀ। ਬਹੁਤ ਸਾਰੀਆਂ ਗੱਲਾਂ, ਕਿਸੇ ਨੂੰ ਕਈ ਮਤਲਬ ਜਿਵੇਂ ਆਪਾਂ ਦੇਖਦੇ ਹਾਂਗੇ ਦਲਿਤਾਂ ਦੀ ਗੱਲ ਹੁੰਦੀ ਹੈਗੀ। ਪੁਰਾਣੇ ਸਮੇਂ ਦੇ ਵਿੱਚ ਇਹ ਗੱਲ ਕਹੀ ਜਾਂਦੀ ਹੈ ਵੀ ਉਹਨਾਂ ਨੂੰ ਜਿਹੜੇ ਆਮ ਮਨੁੱਖੀ ਜੀਵਨ ਜਿਉਣ ਦੇ ਜਿਹੜੇ ਆਮ ਤਰੀਕੇ ਨੇ ਉਹ ਵੀ ਅਪਣਾਉਣ ਦਾ ਅਧਿਕਾਰ ਨਹੀਂ ਸੀ। ਪਰ ਜਦੋਂ 26 ਜਨਵਰੀ 1950 ਨੂੰ ਦੇਸ਼ ਦਾ ਸੰਵਿਧਾਨ ਲਾਗੂ ਹੋਇਆ ਜਾਂ 26 ਨਵੰਬਰ 1949 ਨੂੰ ਸੰਵਿਧਾਨ ਬਣ ਕੇ ਤਿਆਰ ਹੋਇਆ ਤਾਂ ਇਹ ਗੱਲ ਸੁਨਿਸ਼ਚਿਤ ਕਰ ਲਈ ਗਈ, ਪੱਕਾ ਕਰ ਲਈ ਗਈ ਵੀ ਜਿਹੜੇ ਫੰਡਾਮੈਂਟਲ ਰਾਈਟਸ ਨੇ ਉਹ ਭਾਰਤੀ ਸੰਵਿਧਾਨ ਦਾ ਹਿੱਸਾ ਹੋਣਗੇ। ਅਤੇ ਅੱਗੇ ਅਸੀਂ ਨੇ ਸਿਰਫ ਇਹਨਾਂ ਨੂੰ ਸੰਵਿਧਾਨ ਦਾ ਹਿੱਸਾ ਹੀ ਨਹੀਂ ਬਣਾਇਆ, ਆਰਟੀਕਲ 32 ਰਾਹੀਂ ਰਿਟਾਂ ਜਿਹੜੀਆਂ ਦਿੱਤੀਆਂ ਗਈਆਂ ਨੇ, ਜਿਹਨੂੰ ਆਪਾਂ ਸੰਵਿਧਾਨਕ ਉਪਚਾਰ ਕਹਿੰਦੇ ਹਾਂ, ਕਿ ਜੇਕਰ ਤੁਹਾਡਾ ਜਿਹੜਾ ਮੌਲਿਕ ਅਧਿਕਾਰ ਆ ਉਹ ਟੁੱਟਦਾ ਹੈ, ਉਹ ਵਾਇਓਲੇਟ ਹੁੰਦਾ ਹੈ, ਤਾਂ ਤੁਸੀਂ ਸਿੱਧਾ ਆਰਟੀਕਲ 32 ਰਾਹੀਂ ਸੁਪਰੀਮ ਕੋਰਟ ਜਾ ਸਕਦੇ ਹੋ, ਆਰਟੀਕਲ 226 ਰਾਹੀਂ ਹਾਈ ਕੋਰਟ ਜਾ ਸਕਦੇ ਹੋ। ਸਿੱਧਾ ਤੁਸੀਂ ਉੱਥੇ ਜਾ ਕੇ ਆਪਣੀ ਅਪੀਲ ਆ ਜਿਹੜੀ ਉਹ ਰਿਟ ਆ ਜਿਹੜੀ ਉਹ ਕਰ ਸਕਦੇ ਹੋ। ਤਾਂ ਜਿਹੜੀ ਫੰਡਾਮੈਂਟਲ ਰਾਈਟਸ ਦੀ ਸੁਣਵਾਈ ਆ ਤੁਹਾਡੀ ਉਹ ਪਹਿਲ ਦੇ ਆਧਾਰ 'ਤੇ ਹੋਵੇਗੀ ਸਾਹਮਣੇ, ਭਾਵੇਂ ਕੋਈ ਆਮ ਵਿਅਕਤੀ ਹੋਵੇ, ਭਾਵੇਂ ਸਰਕਾਰ ਹੋਵੇ। ਤਾਂ ਇਹਦਾ ਮਤਲਬ ਕੀ ਹੈ ਵੀ ਇਹ ਅਧਿਕਾਰ ਮਨੁੱਖੀ ਜਿਹੜੀ ਆਜ਼ਾਦੀ ਆ ਉਹਨੂੰ ਸੁਨਿਸ਼ਚਿਤ ਕਰਨ ਦੇ ਲਈ ਬਣਾਏ ਗਏ ਨੇ। ਮੈਂ ਅਧਿਕਾਰਾਂ ਦੀ ਗੱਲ ਕਰ ਰਿਹਾ ਸੀ, ਜਿਵੇਂ ਸਮਾਨਤਾ ਦਾ ਅਧਿਕਾਰ ਆ ਵੀ ਭਾਰਤ ਦੇ ਸਾਰੇ ਨਾਗਰਿਕ ਨੇ ਜਿਹੜੇ ਉਹ ਇੱਕ ਸਮਾਨ ਨੇ, ਉਹਨਾਂ ਨੂੰ ਬਰਾਬਰ ਦੇ ਅਧਿਕਾਰ ਮਿਲੇ ਹੋਏ ਨੇ। ਸੁਤੰਤਰਤਾ ਦਾ ਅਧਿਕਾਰ ਹੈ। ਬਹੁਤ ਸਾਰੀਆਂ ਗੱਲਾਂ ਐਸੀਆਂ ਨੇ ਜਿਨ੍ਹਾਂ ਦੇ ਵਿੱਚ ਸਾਨੂੰ ਸੁਤੰਤਰ ਰਹਿਣਾ ਜ਼ਰੂਰੀ ਆ। ਅਸੀਂ ਆਪਦੇ ਵਿਚਾਰ ਪ੍ਰਗਟ ਕਰ ਸਕਦੇ ਹਾਂਗੇ, ਬਿਨਾਂ ਹਥਿਆਰਾਂ ਤੋਂ ਇਕੱਠੇ ਹੋ ਸਕਦੇ ਹਾਂਗੇ, ਅਤੇ ਸੰਘ ਬਣਾ ਸਕਦੇ ਹਾਂਗੇ, ਪਾਰਟੀਆਂ ਬਣਾ ਸਕਦੇ ਹਾਂਗੇ। ਬਹੁਤ ਸਾਰੀਆਂ ਗੱਲਾਂ ਨੇ। ਪ੍ਰੈਸ ਦੀ ਆਜ਼ਾਦੀ ਉਹਦੇ ਵਿੱਚ ਆ ਗਈ। ਅਤੇ ਜਾਂ ਆਪਾਂ ਆਰਟੀਕਲ 21 ਸਿੱਖਿਆ ਦਾ ਅਧਿਕਾਰ ਆ ਗਿਆ 6 ਤੋਂ 14 ਸਾਲ ਦੀ ਉਮਰ ਦੇ ਲਈ। 21 ਦੇ ਵਿੱਚ ਨਿੱਜੀ ਜਿਹੜੀ ਆਪਣੀ ਆਜ਼ਾਦੀ ਹੈਗੀ ਜਾਂ ਜਿਉਣ ਦਾ ਅਧਿਕਾਰ ਆ ਗਿਆ। ਤਾਂ ਇਹ ਸਭ ਅਧਿਕਾਰ ਨੇ ਜਿਹੜੇ ਇਹ ਸੁਨਿਸ਼ਚਿਤ ਕਰਦੇ ਨੇ ਵੀ ਮਨੁੱਖ, ਚਾਹੇ ਸਰਕਾਰ ਹੋਵੇ ਚਾਹੇ ਕੋਈ ਵੀ ਹੋਵੇ,
ਮਨੁੱਖ ਉੱਤੇ ਇਹਨਾਂ ਅਧਿਕਾਰਾਂ ਦੇ ਉੱਤੋਂ ਦੀ ਕੋਈ ਵੀ ਬੰਦਸ਼ ਜਾਂ ਕੋਈ ਵੀ ਕਾਨੂੰਨ ਆ ਜਿਹੜਾ ਉਹ ਨਹੀਂ ਬਣਾ ਸਕਦੀ। ਇਹ ਬਹੁਤ ਵੱਡੀ ਵਿਸ਼ੇਸ਼ਤਾ ਜਿੱਥੇ ਮੌਲਿਕ ਅਧਿਕਾਰ ਜਿਹੜੇ ਦੇਸ਼ ਦੇ ਵਿੱਚ ਹੁੰਦੇ ਨੇ ਉਹ ਵੀ ਸੰਵਿਧਾਨਕ ਰੂਪ ਦੇ ਵਿੱਚ ਤੇ ਅਦਾਲਤ ਉਹਨਾਂ ਨੂੰ ਸੁਨਿਸ਼ਚਿਤ ਕਰਦੀ ਹੋਵੇ, ਆਰਟੀਕਲ 32 ਉਹਨਾਂ ਨੂੰ ਪੱਕੇ ਤੌਰ ਦੇ ਉੱਤੇ ਸੁਨਿਸ਼ਚਿਤ ਕਰਦਾ ਹੋਵੇ, ਉੱਥੇ ਇਹ ਲੋਕਾਂ ਦੀ ਚੱਲਣ, ਲੋਕਾਂ ਦੀ ਰਾਏ ਸੁਣਨ ਦੀ ਮੇਨ ਗੱਲ ਹੈ, ਮੁੱਖ ਗੱਲ ਹੈ। ਦੂਸਰਾ ਜਿਹੜਾ ਆਪਾਂ ਮੁੱਖ ਦੀ ਵਿਸ਼ੇਸ਼ਤਾ ਚੈੱਕ ਕਰ ਸਕਦੇ ਹਾਂ ਉਹ ਰਾਈਟ ਟੂ ਵੋਟ, ਵੋਟ ਦੇਣ ਦਾ ਅਧਿਕਾਰ। ਭਾਰਤ ਦੇ ਵਿੱਚ ਇਹ ਗੱਲ ਪੱਕੀ ਕੀਤੀ ਗਈ, ਜਿਹੜਾ ਭਾਰਤ ਦਾ ਨਾਗਰਿਕ ਹੈ ਉਹਦੇ ਲਈ ਵੋਟ ਦਾ ਜਿਹੜਾ ਤਰੀਕਾ, ਜਿਵੇਂ ਪੁਰਾਣੇ ਸਮੇਂ ਦੇ ਵਿੱਚ ਵੋਟ ਦਾ ਤਰੀਕਾ ਜਾਂ ਇਹ ਕੋਈ ਮਾੜੀ ਮੋਟੀ ਵੋਟਿੰਗ ਹੁੰਦੀ ਵੀ ਸੀ ਤਾਂ ਵੋਟ ਦੇ ਤਰੀਕੇ ਰੱਖੇ ਜਾਂਦੇ ਸੀ। ਕੋਈ ਜੰਗੀਰਦਾਰ ਹੈ ਉਹਨੂੰ ਵੋਟ ਦਾ ਅਧਿਕਾਰ ਦੇ ਦਿੱਤਾ ਜਾਂਦਾ ਸੀ, ਜਿਹਦੇ ਕੋਲੇ ਵੱਧ ਪੈਸੇ ਨੇ, ਕੋਈ ਜਾਤ ਦੇ ਆਧਾਰ 'ਤੇ ਵੋਟ ਦਾ ਅਧਿਕਾਰ ਦੇ ਦਿੱਤਾ ਜਾਂਦਾ ਸੀ। ਪਰ ਜਿਹੜਾ ਸਾਡਾ ਹੁਣ ਦਾ ਸਿਸਟਮ ਹੈ, ਸਾਡੇ ਸੰਵਿਧਾਨ ਨੇ ਸਾਰੇ ਭਾਰਤੀ ਨਾਗਰਿਕਾਂ ਨੂੰ, ਚਾਹੇ ਉਹ ਕੋਈ ਵੀ ਹੈ, ਭਾਰਤ ਦਾ ਨਾਗਰਿਕ ਹੋਵੇ ਅਤੇ ਉਹਦੀ ਉਮਰ ਹੈ ਜਿਹੜੀ ਉਹ 18 ਸਾਲ ਹੋਵੇ ਜਾਂ ਇਸ ਤੋਂ ਵੱਧ ਹੋਵੇ ਤਾਂ ਉਹਨੂੰ ਵੋਟ ਦਾ ਅਧਿਕਾਰ ਦਿੱਤਾ ਜਾਂਦਾ। ਇਹਦੇ ਵਾਸਤੇ ਜਾਤ, ਧਰਮ, ਨਸਲ, ਰੰਗ ਕਿਸੇ ਵੀ ਤਰ੍ਹਾਂ ਦਾ ਭੇਦਭਾਵ ਨਹੀਂ ਰੱਖਿਆ। ਤੇ ਬਹੁਤ ਵੱਡੀ ਗੱਲ ਆਪਣੇ ਆਪ ਦੇ ਵਿੱਚ, ਕਿਉਂਕਿ ਬਹੁਤ ਸਾਰੇ ਮੁਲਕ ਐਸੇ ਸੀ ਜਿਨ੍ਹਾਂ ਨੇ ਜਿਹੜੇ ਅੱਜ ਦੇ ਸਮੇਂ ਦੇ ਵਿੱਚ ਬਹੁਤ ਵੱਡੇ ਵਿਕਾਸਵਾਦੀ ਕਹਾਉਂਦੇ ਨੇ, ਜਿਵੇਂ ਸਵਿਟਜ਼ਰਲੈਂਡ ਹੋ ਗਿਆ ਜਾਂ ਆਪਣਾ ਯੂਨਾਈਟਿਡ ਕਿੰਗਡਮ ਹੋ ਗਿਆ, USA ਹੋ ਗਿਆ, ਇਹਨਾਂ ਨੇ ਵੀ ਸਾਰੇ ਜਿਹੜੇ ਨਾਗਰਿਕ ਨੇ ਉਹਨਾਂ ਨੂੰ ਜਿਹੜਾ ਵੋਟ ਦਾ ਅਧਿਕਾਰ ਹੈ ਸਾਡੇ ਜਿਹੜੇ ਸਮੇਂ ਦੇ ਲਾਗੇ ਤਾਗੇ ਦਿੱਤਾ। ਕਿਉਂਕਿ ਅਸੀਂ ਜਦੋਂ ਆਜ਼ਾਦ ਹੋਏ 1947 ਦੇ ਵਿੱਚ 26 ਜਨਵਰੀ 1950 ਨੂੰ ਜਦੋਂ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਤਾਂ ਵੋਟ ਦੇ ਮਾਮਲੇ ਦੇ ਵਿੱਚ ਇੱਕ ਤਰ੍ਹਾਂ ਦਾ ਮਜ਼ਾਕ ਬਣਾਇਆ ਜਾ ਰਿਹਾ ਸੀ ਵੀ ਇਹ ਦੇਸ਼, ਭਾਰਤ ਦੇਸ਼ ਆ ਜਿਹੜਾ ਵੱਖ-ਵੱਖ ਧਰਮਾਂ ਦਾ, ਵੱਖ-ਵੱਖ ਜਾਤਾਂ ਦਾ ਲੋਕ ਵੰਡੇ ਹੋਏ ਨੇ, ਵੱਖ-ਵੱਖ ਬੋਲੀਆਂ ਨੇ, ਇਹ ਲੋਕ ਡੈਮੋਕ੍ਰੇਸੀ ਦੇ ਹਿਸਾਬ ਨਾਲ ਕਿਵੇਂ ਵੋਟ ਪਾ ਲੈਣਗੇ। ਪਰੰਤੂ ਭਾਰਤ ਦੇ ਆਗੂਆਂ ਨੇ, ਭਾਰਤੀ ਚੋਣ ਆਯੋਗ ਨੇ, ਸਾਰਿਆਂ ਨੇ ਮਿਲ ਕੇ ਇਹ ਗੱਲ ਅੱਜ ਤੱਕ ਦਿਖਾਈ ਵੀ ਸਾਡੀਆਂ ਜਿਹੜੀਆਂ ਆਮ ਚੋਣਾਂ ਨੇ ਉਹ 17ਵੀਆਂ ਅਸੀਂ ਆਮ ਚੋਣਾਂ ਕਰਵਾ ਚੁੱਕੇ ਹਾਂ। 17ਵੀਆਂ ਆਮ ਚੋਣਾਂ ਜਿਹੜੀਆਂ 2019 ਦੇ ਵਿੱਚ ਹੋ ਚੁੱਕੀਆਂ ਨੇ। ਇਹਦਾ ਮਤਲਬ ਇਹ ਹੈ ਵੀ ਅਸੀਂ ਜਿਹੜਾ ਇਹ 47 ਤੋਂ ਲੈ ਕੇ 2022 ਤੱਕ 75 ਸਾਲ ਦਾ ਜਿਹੜਾ ਅਸੀਂ ਸਫ਼ਰ ਤੈਅ ਕੀਤਾ, ਉਹ ਅਸੀਂ ਇੱਕ ਸਫਲ ਲੋਕਤੰਤਰਿਕ ਰਾਜ ਹੋਣ ਦੇ ਕਰਕੇ ਹੀ ਤੈਅ ਕੀਤਾ। ਅਤੇ ਹਰੇਕ ਵਿਅਕਤੀ ਨੂੰ, ਕਿਉਂਕਿ ਜਿਹਦੇ ਉੱਤੇ ਤੁਸੀਂ ਨੇ ਰਾਜ ਕਰਨਾ ਉਹਨੂੰ ਤੁਹਾਡੇ ਕੋਲੇ ਜੇ ਚੁਣਨ ਦਾ ਅਧਿਕਾਰ ਹੋਵੇ ਤਾਂ ਇਹਦੇ ਨਾਲ ਜਿਹੜਾ ਚੁਣ ਰਿਹਾ ਉਹਦੀ ਵੀ ਜ਼ਿੰਮੇਵਾਰੀ ਬਣ ਜਾਂਦੀ ਹੈ ਅਤੇ ਜਿਹਨੇ ਨੂੰ ਚੁਣਿਆ ਜਾ ਰਿਹਾ ਉਹਦੀ ਵੀ ਜ਼ਿੰਮੇਵਾਰੀ ਹੈ ਜਿਹੜੀ ਉਹ ਬਣ ਜਾਂਦੀ ਹੈ। ਅਤੇ ਬਹੁਤ ਵੱਡੀ ਵਿਸ਼ੇਸ਼ਤਾ ਆ ਗਈ। ਅਤੇ ਬਹੁਤ ਸਾਰੇ ਦੇਸ਼ਾਂ ਨੇ ਸਾਡੇ ਨਾਲ ਹੀ, ਕਿਸੇ ਨੇ 1960 'ਚ, ਕਿਸੇ ਨੇ 1940 'ਚ, ਅਸੀਂ 1950-51 ਜਿਹੜੀਆਂ 51-52 ਦੇ ਵਿੱਚ ਵੋਟਾਂ ਪਈਆਂ ਉਦੋਂ ਵੋਟ ਦਾ ਇਸਤੇਮਾਲ ਕੀਤਾ ਗਿਆ। ਇਹਦਾ ਮਤਲਬ ਕੀ ਹੈ ਕਿ ਅਸੀਂ ਨੇ ਅਧਿਕਾਰ ਆ ਜਿਹੜਾ ਉਹ ਉਹਨਾਂ ਦੇਸ਼ਾਂ ਦੇ ਬਰਾਬਰ ਹੀ ਸ਼ੁਰੂ ਕਰ ਦਿੱਤਾ ਗਿਆ ਸੀ। ਅਤੇ ਸਭ ਤੋਂ ਵੱਡੀ ਗੱਲ ਹੈ ਵੀ ਅਸੀਂ ਨੇ ਭਾਰਤ ਦੇਸ਼ ਦੇ ਜਦੋਂ ਇੱਕ ਤਰ੍ਹਾਂ ਦਾ ਜਨਮ ਹੋਇਆ ਉਸ ਸਮੇਂ ਤੋਂ ਹੀ ਰਾਈਟ ਟੂ ਵੋਟ ਆ ਜਿਹੜਾ ਉਹ ਦੇ ਦਿੱਤਾ ਗਿਆ ਸੀ। ਅਗਲੀ ਜਿਹੜਾ ਇਹਦਾ ਫੀਚਰ ਹੈ ਰੂਲ ਆਫ ਮੈਜੋਰਿਟੀ। ਭਾਰਤ ਦੇ ਵਿੱਚ ਜਿਹੜਾ ਵੋਟਾਂ ਦਾ ਸਿਸਟਮ ਸ਼ੁਰੂ ਕੀਤਾ ਗਿਆ ਹੈ ਉਹ ਲੋਕਤੰਤਰ ਦੇ ਰੂਲ ਅਨੁਸਾਰ ਕਿ ਜਿਸ ਸਾਈਡ ਵੱਧ ਲੋਕ ਕਿਸੇ ਪੱਖ 'ਚ ਨੇ ਤਾਂ ਅਸੀਂ ਉਸ ਦੀ ਸਰਕਾਰ ਬਣਾਉਣੀ ਹੁੰਦੀ ਹੈ ਜਾਂ ਉਸ ਦੀ ਗੱਲ ਸੁਣਨੀ ਹੁੰਦੀ ਹੈ। ਅਸੀਂ ਜਿਹੜੀ ਸੱਤਾ ਹੈ ਉਸ ਨੂੰ ਸੌਂਪਣੀ ਹੁੰਦੀ ਹੈ ਜਿਸ ਸਾਈਡ ਵੱਧ ਲੋਕ ਨੇ। ਤਾਂ ਰੂਲ ਆਫ ਮੈਜੋਰਿਟੀ, ਬਹੁ ਗਿਣਤੀ ਦੀ ਜਿਹੜਾ ਰਾਜ ਹੈ ਉਹਦਾ ਕਾਰਨ ਇਹੀ ਹੈ ਕਿ ਇੱਕ ਭਾਰਤੀ ਚੋਣ ਆਯੋਗ ਨੇ ਭਾਰਤੀ ਸੰਵਿਧਾਨ ਦੇ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਪ੍ਰਾਵਧਾਨ ਕੀਤੇ ਹੋਏ ਨੇ, ਬਹੁਤ ਸਾਰੇ ਐਵੇਂ ਦੇ ਰੂਲ ਬਣਾਏ ਹੋਏ ਨੇ ਜਿਨ੍ਹਾਂ ਰੂਲਾਂ ਦੇ ਰਾਹੀਂ ਜਿਹੜੀਆਂ ਵੋਟਾਂ ਨੇ ਉਹ ਪੈਂਦੀਆਂ ਨੇ। ਉਹ ਚਾਹੇ ਰਿਜ਼ਰਵੇਸ਼ਨ ਹੋਵੇ ਜਾਂ ਹੋਰ ਬਹੁਤ ਸਾਰੇ ਤਰੀਕੇ ਨੇ ਜਿਹਦੇ ਵਿੱਚ ਮੌਕੇ ਦਿੱਤੇ ਜਾਂਦੇ ਨੇ ਹਰ ਇੱਕ ਵਿਅਕਤੀ ਨੂੰ ਕਿ ਉਹ ਆਪਣਾ ਜਿਹੜਾ ਵੋਟਾਂ ਦੇ ਵਿੱਚ ਭਾਗ ਲੈ ਸਕਦਾ ਹੈ, ਵੋਟ ਪਾ ਵੀ ਸਕਦਾ। ਪਰ ਵੋਟਾਂ ਦੇ ਵਿੱਚ ਕੋਈ ਵੀ ਜਿਹੜਾ ਚਾਹੇ MP ਹੈ, ਚਾਹੇ MLA ਹੈ, ਕਿਸੇ ਵੀ ਚਾਹੇ ਕੋਈ ਸਰਪੰਚ ਹੈ, ਚਾਹੇ ਕੋਈ ਬਲਾਕ ਸੰਮਤੀ, ਕਿਸੇ ਵੀ ਜਿਹੜਾ ਇੱਕ ਉਮਰ ਦੇ ਹਿਸਾਬ ਨਾਲ ਕਿਸੇ ਵੀ ਇਸ ਤਰ੍ਹਾਂ ਦੀ ਸੰਸਥਾ ਦਾ ਜਿਹੜਾ ਮੈਂਬਰ ਬਣਨਾ ਚਾਹੁੰਦਾ ਉਹ ਬਣ ਸਕਦਾ ਹੈ। ਅਤੇ ਜਿਹਦੇ ਵੱਲ ਵੱਧ ਲੋਕ ਹੋਏ, ਜਿਨ੍ਹਾਂ ਨੂੰ ਵੱਧ ਵੋਟਾਂ ਪਈਆਂ, ਤਾਂ ਉਸੇ ਨੂੰ ਜਿਹੜਾ ਜੇਤੂ ਮੰਨਿਆ ਜਾਂਦਾ ਅਤੇ ਉਸੇ ਨੂੰ ਹੀ ਸਰਕਾਰ ਦਾ ਹਿੱਸਾ ਜਿਹੜਾ ਉਹ ਮੰਨਿਆ ਜਾਂਦਾ। ਇਹ ਵੀ ਇੱਕ ਲੋਕਤੰਤਰ ਦੀ ਮੁੱਖ ਵਿਸ਼ੇਸ਼ਤਾ ਹੈ ਕਿ ਇਹਦੇ ਵਿੱਚ ਇਹ ਨਹੀਂ ਵੀ ਕੁਛ ਕੁ ਲੋਕ ਜਿਹੜੇ ਆਪਣੇ ਤਾਕਤ ਦੇ ਨਾਲ ਰਾਜ ਕਰ ਸਕਦੇ ਨੇ, ਸਗੋਂ ਇਹਦੇ ਵਿੱਚ ਜਿੱਧਰ ਵੱਧ ਲੋਕ ਨੇ, ਦੇਸ਼ ਦੇ ਜਿੱਧਰ ਵੱਡਾ ਹਿੱਸਾ ਜਿਸ ਲੀਡਰ ਦੇ ਵੱਲ ਹੈ
ਉਸ ਨੂੰ ਹੀ ਜਿਹੜਾ ਵੋਟਾਂ ਦਾ ਅਧਿਕਾਰ ਆ ਉਹ ਦਿੱਤਾ ਜਾਂਦਾ ਹੈ। ਇਸ ਤੋਂ ਅੱਗੇ ਹੈ ਆਪਣਾ ਅਗਲਾ ਪੁਆਇੰਟ ਫ੍ਰੀ ਇੰਪਾਰਸ਼ੀਅਲ ਇਲੈਕਸ਼ਨ, ਭਾਵ ਭਾਰਤ ਦੇ ਸੰਵਿਧਾਨ ਦੇ ਆਰਟੀਕਲ 324 ਅਨੁਸਾਰ ਭਾਰਤ ਦੇ ਵਿੱਚ ਆਪਣਾ ਚੋਣ ਆਯੋਗ, ਭਾਰਤੀ ਚੋਣ ਆਯੋਗ ਦੀ ਰਚਨਾ ਕੀਤੀ ਗਈ ਹੈ, ਜਿਸ ਨੂੰ ਬਹੁਤ ਸਾਰੀਆਂ ਤਾਕਤਾਂ ਦਿੱਤੀਆਂ ਗਈਆਂ ਨੇ ਅਤੇ ਸੰਵਿਧਾਨਕ ਸੰਸਥਾ ਹੋਣ ਦੇ ਕਾਰਨ ਸਰਕਾਰ ਉਸ ਉੱਤੇ ਕਿਸੇ ਵੀ ਤਰ੍ਹਾਂ ਦਾ ਪ੍ਰੈਸ਼ਰ ਹੈ ਜਿਹੜਾ ਉਹ ਨਹੀਂ ਪਾ ਸਕਦੀ। ਇਸ ਕਰਕੇ ਜਦੋਂ ਵੋਟਾਂ ਪੈਂਦੀਆਂ ਨੇ ਤਾਂ ਸਾਰਾ ਜਿਹੜਾ ਪ੍ਰਬੰਧ ਹੈ ਜਾਂ ਵੋਟਾਂ ਦਾ ਸਿਸਟਮ ਕਿਵੇਂ ਚਲਾਉਣਾ, ਇਹ ਸਾਰਾ ਕੁਝ ਜਿਹੜਾ ਆਪਣਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਉਹਦੇ ਹੱਥ ਦੇ ਵਿੱਚ ਹੁੰਦਾ ਹੈ। ਲੋਕਤੰਤਰ ਦੀਆਂ ਵਿਸ਼ੇਸ਼ਤਾਵਾਂ ਦੇ ਵਿੱਚੋਂ ਮੁੱਖ ਵਿਸ਼ੇਸ਼ਤਾ ਇਹ ਵੀ ਹੈ ਵੀ ਇੱਥੇ ਜਿਹੜੀਆਂ ਚੋਣਾਂ ਹੁੰਦੀਆਂ ਨੇ ਉਹ ਬਿਲਕੁਲ ਸੁਤੰਤਰ ਰੂਪ ਦੇ ਵਿੱਚ ਹੁੰਦੀਆਂ ਨੇ, ਪਾਰਸੈਲਿਟੀ ਤੋਂ ਬਿਨਾਂ ਹੁੰਦੀਆਂ ਨੇ, ਭੇਦਭਾਵ ਤੋਂ ਬਿਨਾਂ ਹੁੰਦੀਆਂ ਨੇ। ਸਰਕਾਰ ਵੀ ਜਿਹੜੀ ਚੱਲ ਰਹੀ ਹੁੰਦੀ ਹੈ, ਸਮੇਂ ਦੀ ਸਰਕਾਰ ਵੀ, ਉਹਨੂੰ ਵੀ ਕੁਝ ਸਮੇਂ ਦੇ ਲਈ ਸਾਈਡ 'ਤੇ ਕਰ ਦਿੱਤਾ ਜਾਂਦਾ, ਜਿਹਨੂੰ ਆਪਾਂ ਚੋਣ ਜਾਬਤਾ ਕਹਿੰਦੇ ਹਾਂ। ਅਤੇ ਇਲੈਕਸ਼ਨ ਕਮਿਸ਼ਨ ਆ ਜਿਹੜਾ ਉਹ ਆਫਿਸਰਜ਼ ਦੇ ਰਾਹੀਂ, ਕਰਮਚਾਰੀਆਂ ਦੇ ਰਾਹੀਂ ਜਿਹੜਾ ਰਾਜ ਭਾਗ ਹੈ, ਸਿਸਟਮ ਆ ਜਿਹੜਾ ਉਹ ਦੇਸ਼ ਦਾ ਚਲਾਉਂਦਾ ਉਹਨਾਂ ਸਮਾਂ ਜਿੰਨਾ ਸਮਾਂ ਕੋਈ ਨਵੀਂ ਸਰਕਾਰ ਨਹੀਂ ਬਣ ਜਾਂਦੀ। ਅਤੇ ਫ੍ਰੀ ਇਲੈਕਸ਼ਨ ਕਰਾਉਣ ਦੇ ਲਈ ਬਿਲਕੁਲ ਸੁਤੰਤਰ ਢੰਗ ਦੇ ਨਾਲ ਜਿਹੜਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਹੈਗਾ ਉਹ ਆਪਣੇ ਚਾਹੇ ਚੋਣ ਜਾਬਤਾ ਲਾਉਣਾ ਹੋਵੇ ਜਾਂ ਪਾਰਟੀਆਂ ਨੂੰ ਰਜਿਸਟਰ ਕਰਨਾ ਹੋਵੇ, ਪਾਰਟੀਆਂ ਨੂੰ ਜਿਹੜੇ ਚਿੰਨ੍ਹ ਦੇਣੇ ਹੋਣ, ਸਾਹਮਣੇ EVM ਮਸ਼ੀਨ ਦੇ ਰਾਹੀਂ ਵੋਟਿੰਗ ਕਰਵਾਉਣੀ ਹੋਵੇ, ਉਹ ਸਾਰਾ ਬਿਲਕੁਲ ਸੁਤੰਤਰ ਰੂਪ ਦੇ ਵਿੱਚ ਜਿਹੜੇ ਇਲੈਕਸ਼ਨ ਨੇ ਹੁੰਦੇ ਨੇ। ਕਿਉਂਕਿ ਆਪਾਂ ਦੇਖਦੇ ਹਾਂ ਬਹੁਤ ਸਾਰੇ ਐਵੇਂ ਦੇ ਦੇਸ਼ ਨੇ ਜਿੱਥੇ ਜਿਹੜਾ ਸਿਸਟਮ ਹੈ ਇਹ ਸਹੀ ਨਹੀਂ ਹੈ। ਸਿਸਟਮ ਸਹੀ ਦਾ ਭਾਵ ਕੀ ਹੈ ਵੀ ਬਹੁਤ ਸਾਰੇ ਇਸ ਤਰ੍ਹਾਂ ਦੇ ਦੇਸ਼ ਨੇ ਜਿੱਥੇ ਵੋਟਾਂ ਦੇ ਮਾਮਲੇ ਦੇ ਵਿੱਚ ਵੀ ਧੱਕੇਸ਼ਾਹੀ ਚੱਲਦੀ ਹੈ। ਜਿਹੜੀ ਧਿਰ ਰਾਜ ਕਰ ਰਹੀ ਹੈ ਉਹੀ ਹਰ ਸਮੇਂ ਇੱਕ ਤਰ੍ਹਾਂ ਦਾ ਗਿਣਤੀ ਦਿਖਾ ਕੇ ਵੋਟਾਂ ਦੀ, ਧੱਕੇ ਨਾਲ ਲੋਕਾਂ ਤੋਂ ਵੋਟਾਂ ਪਵਾ ਕੇ, ਡਰਾ ਧਮਕਾ ਕੇ ਲੋਕਾਂ ਤੋਂ ਵੋਟਾਂ ਪਵਾ ਕੇ ਇੱਕ ਤਰੀਕੇ ਨਾਲ ਆਪਦੀ ਜਿਹੜੀ ਮੈਜੋਰਿਟੀ ਆ ਉਹ ਦਿਖਾ ਦਿੰਦੀ ਹੈ ਅਤੇ ਲਗਾਤਾਰ ਰਾਜ ਕਰਦੀ ਆ ਰਹੀ ਹੈ। ਪਰ ਭਾਰਤ ਦੇ ਵਿੱਚ ਅਜਿਹਾ ਨਹੀਂ ਹੈ। ਸਿਕਿਉਰਿਟੀ ਦੇ ਵਾਸਤੇ ਵੀ ਫੌਜੀ ਬਲ ਜਿਹੜੇ ਤਾਇਨਾਤ ਕੀਤੇ ਜਾਂਦੇ ਨੇ, ਪੁਲਿਸ ਦੀ ਸਹਾਇਤਾ ਲਈ ਜਾਂਦੀ ਹੈ, ਪ੍ਰੋਪਰ ਇੱਕ ਤਰ੍ਹਾਂ ਦਾ ਜਿਹੜਾ ਬਿਨਾਂ ਕਿਸੇ ਪ੍ਰੈਸ਼ਰ ਤੋਂ ਫ੍ਰੀ ਕਰਕੇ ਜਿਹੜੇ ਬੂਥ ਨੇ ਉਹ ਬਣਾਏ ਜਾਂਦੇ ਨੇ, ਜਿੱਥੇ ਹਰੇਕ ਵਿਅਕਤੀ ਬਿਨਾਂ ਕਿਸੇ ਭੇਦਭਾਵ ਦੇ ਵੋਟਾਂ ਦਾ ਇਸਤੇਮਾਲ ਆ ਜਿਹੜਾ ਉਹ ਕਰ ਸਕਦਾ। ਅਤੇ ਕਿਸੇ ਵੀ ਦੇਸ਼ ਦੇ ਵਿੱਚ ਜਿਹੜੀਆਂ ਸੁਤੰਤਰ ਚੋਣਾਂ ਹੋਣੀਆਂ ਉਹ ਵੀ ਹਰੇਕ ਟਾਈਮ ਟੂ ਟਾਈਮ, ਹਰੇਕ 5 ਸਾਲ ਬਾਅਦ, ਜੇਕਰ ਸਰਕਾਰ ਪੂਰਾ ਸਮਾਂ ਚੱਲਦੀ ਹੈ। ਪਰੰਤੂ ਜੇਕਰ ਕੋਈ ਸਰਕਾਰ ਘੱਟ ਗਿਣਤੀ ਦੀ ਹੋਣ ਕਰਕੇ ਸਰਕਾਰ ਟੁੱਟਦੀ ਹੈ ਤਾਂ ਜਿਹੜੀ ਅਗਲੀਆਂ ਜਿਹੜੀਆਂ ਵੋਟਾਂ ਪੈਂਦੀਆਂ ਨੇ ਉਸ ਹਿਸਾਬ ਦੇ ਨਾਲ ਜਿਹੜੀ ਵੋਟਿੰਗ ਦਾ ਟਾਈਮ ਹੈ ਉਹ ਜਿਵੇਂ ਨਿਸ਼ਚਿਤ ਕੀਤਾ ਗਿਆ ਉਸ ਅਨੁਸਾਰ ਜਿਹੜੀਆਂ ਵੋਟਾਂ ਨੇ ਉਹ ਪੈਂਦੀਆਂ ਨੇ। ਅਗਲਾ ਜਦੋਂ ਸੰਵਿਧਾਨ ਘਾੜਿਆਂ ਨੇ ਸੰਵਿਧਾਨ ਦੀ ਰਚਨਾ ਕੀਤੀ ਜਾਂ ਭਾਰਤ ਦੇ ਜਿਹੜੇ ਆਗੂ ਸੀ ਉਹਨਾਂ ਨੇ ਇੱਕ ਸੁਪਨਾ ਜ਼ਰੂਰ ਦੇਖਿਆ ਸੀ ਭਾਰਤ ਇੱਕ ਸੈਕੂਲਰ ਸਟੇਟ ਹੋਵੇ। ਸੈਕੂਲਰ ਸਟੇਟ ਭਾਵ ਧਰਮ ਨਿਰਪੱਖ ਜਿਹੜਾ ਰਾਜ ਹੋਵੇ। ਧਰਮ ਨਿਰਪੱਖ ਦਾ ਕਾਰਨ ਇਹ ਹੈ ਕਿ ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਵੀ ਭਾਰਤ ਦੇ ਵਿੱਚ ਬਹੁਤ ਸਾਰੇ ਭਾਸ਼ਾਵਾਂ ਦੇ ਲੋਕ, ਬਹੁਤ ਸਾਰੇ ਧਰਮਾਂ ਦੇ ਲੋਕ, ਬਹੁਤ ਸਾਰੀਆਂ ਜਾਤਾਂ ਦੇ ਲੋਕ, ਅਖੌਤੀ ਜਾਤਾਂ ਦੇ ਲੋਕ, ਬਹੁਤ ਤਰ੍ਹਾਂ ਦੇ ਸੱਭਿਆਚਾਰਾਂ ਦੇ ਲੋਕ ਜਿਹੜੇ ਉਹ ਰਹਿੰਦੇ ਨੇ। ਕਿਉਂਕਿ ਸਾਡਾ ਇੱਕ ਹਿੱਸਾ ਬਹੁਤ ਸ਼ਹਿਰੀ ਵੀ ਆ, ਵੱਡੇ ਵੱਡੇ ਸ਼ਹਿਰ ਵੀ ਨੇ, ਇੱਕ ਹਿੱਸਾ ਸਾਡਾ ਆਦੀਵਾਸੀਆਂ ਦਾ ਵੀ ਹੈ, ਪਿੰਡਾਂ ਦੇ ਵਿੱਚ ਵੀ ਭਾਰਤ ਬਹੁਤ ਵੱਡੀ ਗਿਣਤੀ ਦੇ ਵਿੱਚ ਵੱਸਦਾ। ਤਾਂ ਹਰੇਕ ਦੇ ਵੱਖੋ ਵੱਖਰੇ ਧਰਮ ਨੇ। ਕਿਸੇ ਨੂੰ ਵੀ ਭਾਰਤ ਦਾ ਸਰਕਾਰੀ ਧਰਮ ਨਹੀਂ ਬਣਾਇਆ ਗਿਆ, ਸਗੋਂ ਭਾਰਤ ਸਰਕਾਰ ਹਰੇਕ ਧਰਮ ਨੂੰ ਬਰਾਬਰ ਦੀ ਨਜ਼ਰ ਨਾਲ ਵੇਖੇਗੀ। ਆਰਟੀਕਲ 25 ਤੋਂ ਲੈ ਕੇ 28 ਤੱਕ ਜਿਹੜੇ ਧਰਮ ਦੇ ਅਧਿਕਾਰ ਦਿੱਤੇ ਗਏ ਨੇ ਉਹ ਇਸੇ ਨਾਲ ਸੰਬੰਧਿਤ ਨੇ। ਹਰੇਕ ਮਨੁੱਖ ਦਾ ਜਿਹੜਾ ਧਰਮ ਸੰਬੰਧੀ ਅਧਿਕਾਰ ਉਹ ਆਪਣਾ ਨਿੱਜੀ ਹੈ, ਜੋ ਵੀ ਉਹ ਆਪਣਾ ਧਰਮ ਅਪਣਾ ਸਕਦਾ ਹੈ ਅਤੇ ਉਹਦਾ ਪ੍ਰਚਾਰ ਕਰ ਸਕਦਾ, ਬਸ਼ਰਤੇ ਉਹ ਧਰਮ ਮਨੁੱਖੀ ਅਧਿਕਾਰ ਨੇ ਉਹਨਾਂ ਦੇ ਖਿਲਾਫ ਨਾ ਹੋਵੇ। ਭਾਵ ਜਿਹੜੇ ਮੌਲਿਕ ਅਧਿਕਾਰ ਨੇ ਉਸ ਧਰਮ ਦੇ ਜਿਹੜੇ ਤਰੀਕਾ ਗਾ ਪੂਜਾ ਕਰਨ ਦਾ ਤਰੀਕਾ ਉਹ ਮੌਲਿਕ ਅਧਿਕਾਰਾਂ ਦੇ ਖਿਲਾਫ ਨਾ ਹੋਵੇ। ਇੱਕ ਸੈਕੂਲਰ ਸਟੇਟ ਹੋਣਾ ਵੀ ਇਹ ਬਹੁਤ ਵੱਡੀ ਗੱਲ ਹੈ, ਕਿਉਂਕਿ ਜਦੋਂ ਤੁਸੀਂ ਸੈਕੂਲਰ ਸਟੇਟ ਹੁੰਦੇ ਹੋ ਤਾਂ ਤੁਹਾਡੇ ਜਿਹੜੇ ਦੇਸ਼ ਦੇ ਲੋਕ ਨੇ ਉਹ ਸਾਰੇ ਲੋਕ ਆਪਦੇ ਆਪ ਨੂੰ ਇਸ ਦੇਸ਼ ਦਾ ਨਾਗਰਿਕ ਮੰਨਦੇ ਨੇ। ਸਰਕਾਰ ਆ ਜਿਹੜੀ ਉਹ ਧਰਮ ਨਿਰਪੱਖ ਤੌਰ ਦੇ ਉੱਤੇ ਸਾਰੇ ਤਰ੍ਹਾਂ ਦੀਆਂ ਜਿਹੜੀਆਂ ਨੀਤੀਆਂ ਨੇ ਉਹ ਲਾਗੂ ਕਰਦੀ ਹੈ। ਅਤੇ ਨਾਲ ਦੀ ਨਾਲ ਇੱਕ ਲੋਕਤੰਤਰ ਦੀ ਵਿਸ਼ੇਸ਼ਤਾ ਹੈ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ। ਭਾਰਤੀ ਲੋਕਤੰਤਰ ਦੇ ਵਿੱਚ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ, ਕਿਉਂਕਿ ਸਾਡੇ ਦੇਸ਼ ਦੇ ਸੰਵਿਧਾਨ ਦੇ ਵਿੱਚ ਸਿਰਫ ਇਹ ਨਹੀਂ ਕਿ ਤੁਸੀਂ ਨੇ ਸਰਕਾਰ ਬਣਾ ਲਈ ਅਤੇ ਆਈ ਹੋਈ ਸਰਕਾਰ ਕੁਝ ਵੀ ਕਰੇ, ਜੋ ਮਨ ਚਾਹਿਆ ਉਹ ਕਰੇ, ਨਹੀਂ।
ਸਾਡੇ ਆਰਟੀਕਲ 36 ਤੋਂ ਲੈ ਕੇ ਆਰਟੀਕਲ 51 ਤੱਕ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀਜ਼ ਨੇ, ਭਾਵ ਜਿਹੜੇ ਸਟੇਟ ਨੂੰ ਇੱਕ ਦਿਸ਼ਾ ਨਿਰਦੇਸ਼ ਦਿੱਤੇ ਗਏ ਨੇ ਵੀ ਭਾਈ ਤੁਸੀਂ ਨੇ ਆ ਜਿਹੜੇ ਸਿਸਟਮ ਹੈਗਾ ਇਹਦੇ ਵਿੱਚ ਰਹਿ ਰਹਿ ਕੇ ਕੰਮ ਕਰਨਾ ਹੈ। ਇਹ ਨਹੀਂ ਹੈਗਾ ਵੀ ਤੁਸੀਂ ਜਿੱਤ ਗਏ ਤਾਂ ਜੋ ਚੀਜ਼ ਆਇਆ ਕਰੋ। ਬਹੁਤ ਸਾਰੇ ਰੂਲ ਐਂਡ ਰੈਗੂਲੇਸ਼ਨ ਨੇ, ਬਹੁਤ ਸਾਰੀਆਂ ਹੈਡਲਾਈਨਸ ਸਾਨੂੰ ਦੇ ਦਿੱਤੀਆਂ ਗਈਆਂ ਵੀ ਸਰਕਾਰ ਆਹ ਜਿਹੜੇ ਕੰਮ ਨੇ ਉਹ ਇਸ ਤਰੀਕੇ ਨਾਲ ਕਰੂਗੀ, ਆਹ ਕੰਮ ਇਸ ਤਰੀਕੇ ਨਾਲ ਕਰੂਗਾ। ਇਹਦਾ ਮਤਲਬ ਇਹ ਨਹੀਂ ਵੀ ਸਰਕਾਰ ਜੇ ਇੱਕ ਵਾਰੀ ਜਿੱਤ ਗਈ ਤਾਂ ਜੋ ਮਰਜ਼ੀ ਕਰੇ। ਭਾਰਤ ਦੇ ਵਿੱਚ ਰੂਲ ਐਂਡ ਰੈਗੂਲੇਸ਼ਨ ਜਿਹੜੇ ਨੀਤੀ ਦੇ ਬਾਰੇ ਨੇ ਉਹ ਲਿਖ ਦਿੱਤੇ ਗਏ ਨੇ ਆਰਟੀਕਲ 36 ਤੋਂ 51 ਤੱਕ। ਤੇ ਇਸ ਤੋਂ ਨਾਲ ਹੀ ਜਦੋਂ ਆਪਾਂ ਨੂੰ ਪਤਾ ਵੀ ਜਿਹੜਾ ਕਾਨੂੰਨ ਬਣਾਉਣਾ ਵਿਧਾਨ ਪਾਲਿਕਾ ਦਾ ਕੰਮ, ਕਾਨੂੰਨ ਲਾਗੂ ਕਰਨਾ ਕਾਰਜਪਾਲਿਕਾ ਦਾ ਕੰਮ, ਤੇ ਕਾਨੂੰਨ ਸੰਬੰਧੀ ਵਿਆਖਿਆ ਕਰਨਾ ਜਾਂ ਫਿਰ ਜੇ ਕੋਈ ਝਗੜਾ ਪੈਦਾ ਹੁੰਦਾ ਹੈ ਤਾਂ ਉਸ ਚੀਜ਼ ਦਾ ਨਿਪਟਾਰਾ ਕਰਨਾ ਜਿਹੜਾ ਉਹ ਜੁਡੀਸ਼ਰੀ ਦਾ ਕੰਮ ਹੈ। ਜਦੋਂ ਆਪਾਂ ਨੂੰ ਇੱਕ ਚਾਹੇ ਫੰਡਾਮੈਂਟਲ ਰਾਈਟਸ ਹੋਣ, ਚਾਹੇ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਹੋਣ, ਚਾਹੇ ਸੈਕੂਲਰ ਸਟੇਟ ਦੀ ਗੱਲ ਹੋਵੇ, ਚਾਹੇ ਫ੍ਰੀ ਇਲੈਕਸ਼ਨ ਦੀ ਗੱਲ ਹੋਵੇ, ਚਾਹੇ ਰੂਲ ਆਫ ਮੈਜੋਰਟੀ ਜਾਂ ਰਾਈਟ ਟੂ ਵੋਟ ਦੀ ਗੱਲ ਹੋਵੇ, ਇਹਨਾਂ ਦੇ ਵਿੱਚੋਂ ਸਭ ਤੋਂ ਮੇਨ ਗੱਲ ਇਹ ਹੈ ਵੀ ਸਾਡੇ ਸੰਵਿਧਾਨ ਨੇ ਸਾਨੂੰ ਇੱਕ ਇਨਸਾਨ ਨੂੰ, ਇੰਡੀਵਿਜੂਅਲ ਨੂੰ ਤੇ ਸਰਕਾਰ ਨੂੰ ਆਪਸ ਦੇ ਵਿੱਚ ਇੱਕ ਤਰ੍ਹਾਂ ਦਾ ਕੰਪੀਟੀਟਰ ਬਣਾਤਾ। ਕੰਪੀਟੀਟਰ ਕਿਸ ਤਰ੍ਹਾਂ ਕਿ ਇਹ ਨਹੀਂ ਹੈ ਵੀ ਸਰਕਾਰ ਆਪਦੇ ਆਧਾਰ ਦੇ ਉੱਤੇ ਕਿਸੇ ਨੂੰ ਕੁਝ ਵੀ ਕਰ ਸਕਦੀ ਹੈ ਜਾਂ ਜੋ ਮਨ ਚਾਹੇ ਸਰਕਾਰ ਕੁਝ ਵੀ ਕਰ ਸਕਦੀ ਹੈ। ਕੋਰਟ ਦੀਆਂ ਨਜ਼ਰਾਂ ਦੇ ਵਿੱਚ, ਅਦਾਲਤ ਦੀਆਂ ਨਜ਼ਰਾਂ ਦੇ ਵਿੱਚ ਇੱਕ ਇਨਸਾਨ ਤੇ ਇੱਕ ਸਰਕਾਰ ਬਰਾਬਰ ਨੇ। ਜੇ ਸਰਕਾਰ ਦੀ ਗਲਤੀ ਹੈ ਤਾਂ ਕਈ ਵਾਰੀ ਸਰਕਾਰ ਨੂੰ ਵੀ ਮਾਫੀ ਮੰਗਣੀ ਪੈ ਸਕਦੀ ਹੈ ਜਾਂ ਸਰਕਾਰ ਨੂੰ ਵੀ ਉਸ ਗੱਲ ਦੇ ਲਈ ਸਜ਼ਾ ਦੇ ਤੌਰ ਤੇ ਦੇਖਿਆ ਜਾ ਸਕਦਾ। ਜੇ ਇੱਕ ਇਨਸਾਨ ਦੀ ਗਲਤੀ ਹੈ ਤਾਂ ਉਸ ਇਨਸਾਨ ਨੂੰ ਵੀ, ਕਿ ਕੋਰਟ ਦੀ ਨਜ਼ਰ ਦੇ ਵਿੱਚ ਦੋਨੇ ਬਰਾਬਰ ਨੇ। ਇਹ ਨਹੀਂ ਦੇਖਿਆ ਜਾ ਸਕਦਾ ਵੀ ਚਲੋ ਇਹ ਤਾਂ ਸਰਕਾਰ ਆ ਤੇ ਇਹ ਇੱਕ ਆਮ ਇਨਸਾਨ ਆ। ਇਹ ਤਾਂ ਹੀ ਹੋ ਸਕਦਾ ਵੀ ਜਿਹੜੀ ਸਾਡੇ ਕੋਰਟ ਨੇ, ਸਾਡੀ ਜੁਡੀਸ਼ਰੀ ਹੈ, ਸਾਡੀ ਨਿਆਂਪਾਲਿਕਾ ਉਹ ਸਰਕਾਰ ਤੋਂ ਤਕੜੀ ਹੋਵੇ। ਸਰਕਾਰ ਭਾਵੇਂ ਨਿਆਂਪਾਲਿਕਾ ਸਰਕਾਰ ਦਾ ਅੰਗ ਹੀ ਹੈ, ਪਰ ਇਹ ਜਿਹੜਾ ਅੰਗ ਹੈ ਵੀ ਜਿਹੜੀ ਸਮੇਂ ਦੀ ਸਰਕਾਰ ਆ ਉਹ ਤੋਂ ਤਕੜੀ ਹੋਵੇ। ਤਾਂ ਤਕੜੀ ਹੋਣ ਦਾ ਤਰੀਕਾ ਕੀ ਹੈ ਵੀ ਇਹਨੂੰ ਆਜ਼ਾਦ ਕਰ ਦਿੱਤਾ ਜਾਵੇ, ਇੰਡੀਪੈਂਡੈਂਟ ਰੱਖਿਆ ਜਾਵੇ। ਜੇ ਤਾਂ ਕਾਰਜਪਾਲਿਕਾ ਦੇ ਅੰਡਰ ਹੈ, ਜੇ ਤਾਂ ਉਸ ਸਮੇਂ ਦੀ ਜੁਡੀਸ਼ਰੀ ਕਾਰਜਪਾਲਿਕਾ ਦੇ ਅੰਡਰ ਹੈ, ਫਿਰ ਤਾਂ ਦਿੱਕਤਾਂ ਸਾਡੇ ਸਾਹਮਣੇ ਨੇ। ਕਿਉਂਕਿ ਕਾਰਜਪਾਲਿਕਾ ਦੀ ਸਰਕਾਰ ਨੇ ਕੋਈ ਰੂਲ ਲਾਗੂ ਕਰਤਾ ਜਿਹੜਾ ਆਮ ਲੋਕਾਂ ਦੇ ਖਿਲਾਫ ਆ, ਫੰਡਾਮੈਂਟਲ ਰਾਈਟਸ ਦੇ ਖਿਲਾਫ ਹੈ, ਰਾਈਟ ਟੂ ਵੋਟ ਦੇ ਖਿਲਾਫ ਜਾਂ ਲੋਕਤੰਤਰ ਦੇ ਖਿਲਾਫ ਹੋਵੇ, ਤਾਂ ਕਿਵੇਂ ਸਾਰਾ ਕੁਝ ਸਿਸਟਮ ਸੈੱਟ ਆਊਗਾ। ਜਿਹੜੀ ਚੀਜ਼ ਆਪੇ ਉਸ ਧਿਰ ਦੇ ਖਿਲਾਫ ਆ, ਜਿਹੜੀ ਧਿਰ ਦੀ ਗਲਤੀ ਹੈ, ਤਾਂ ਅਸੀਂ ਨੇ ਭਾਰਤੀ ਸੰਵਿਧਾਨ ਦੇ ਵਿੱਚ ਜਿਹੜਾ ਨਿਆਂਪਾਲਿਕਾ ਸਾਡੀ ਉਹਨੂੰ ਆਜ਼ਾਦ ਰੱਖਿਆ ਗਿਆ ਤਾਂ ਕਿ ਜਿਹੜੇ ਲੋਕ ਨੇ ਉਹ ਨਿਆਂਪਾਲਿਕਾ ਕੋਲੇ ਆਪਣਾ ਜਿਹੜਾ ਨਿਆਂ ਉਹ ਲੈ ਸਕਣ। ਤੇ ਨਾਲ ਦੀ ਨਾਲ ਜਿਹੜੀ ਭਾਰਤ ਦਾ ਸਾਰਾ ਸਿਸਟਮ ਹੈ ਉਹਦੇ ਵਿੱਚ ਜਿਹੜੀ ਸੋਵਰਨਟੀ ਹੈ ਉਹ ਭਾਰਤ ਦੇ ਲੋਕਾਂ ਦੇ ਹੱਥ ਵਿੱਚ ਰੱਖੀ ਗਈ। ਸਾਡੀ ਜਦੋਂ ਅਸੀਂ ਪ੍ਰਸਤਾਵਨਾ ਪੜ੍ਹਦੇ ਹਾਂ ਸੰਵਿਧਾਨ ਦੀ, ਤਾਂ ਭਾਰਤ ਦੇ ਵਿੱਚ ਸਰਵਉੱਚ ਸ਼ਕਤੀ ਦਾ ਸੋਮਾ ਨੇ ਜਿਹੜੇ ਉਹ ਲੋਕ ਨੇ। ਤਾਂ ਇਹਦਾ ਮਤਲਬ ਸਿੱਧਾ ਤੇ ਸਪਸ਼ਟ ਹੈ। ਸਾਨੂੰ ਜਿਹੜੀ ਪ੍ਰਸਤਾਵਨਾ ਉਹਦੇ ਵਿੱਚੋਂ ਵੀ ਸਾਨੂੰ ਬਹੁਤ ਕੁਝ ਜਿਹੜਾ ਪਤਾ ਲੱਗ ਜਾਂਦਾ ਵੀ ਭਾਰਤੀ ਲੋਕਤੰਤਰ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਦੇ ਵਿੱਚੋਂ ਇੱਕ ਇਹ ਵੀ ਪ੍ਰਮੁੱਖ ਵਿਸ਼ੇਸ਼ਤਾ ਵੀ ਜਿਹੜੇ ਸਰਵਉੱਚ ਸ਼ਕਤੀ ਹੈ ਉਹ ਲੋਕਾਂ ਦੇ ਹੱਥ ਦੇ ਵਿੱਚ ਹੈ। ਸਰਵਜਨਕ ਬਾਲਕ ਮਤ ਅਧਿਕਾਰ ਹੈ, ਭਾਵ 18 ਸਾਲ ਦੇ ਹਰੇਕ ਇਨਸਾਨ ਨੂੰ ਵੋਟ ਦਾ ਅਧਿਕਾਰ ਹੈ। ਤੇ ਮੌਲਿਕ ਅਧਿਕਾਰ ਤੇ ਮੌਲਿਕ ਕਰਤੱਵਾਂ ਦੀ ਵਿਵਸਥਾ ਕੀਤੀ ਗਈ ਹੈ, ਜਿਹਦੇ ਨਾਲ ਸਾਨੂੰ ਆ ਜਿਹੜਾ ਉਹ ਆਪਣੇ ਅਧਿਕਾਰਾਂ ਪ੍ਰਤੀ ਵੀ ਤੇ ਆਪਣੇ ਕੰਮਾਂ ਪ੍ਰਤੀ ਵੀ, ਜੋ ਅਸੀਂ ਨੇ ਆਪਣੀ ਸਰਕਾਰ ਆਪਣੇ ਦੇਸ਼ ਪ੍ਰਤੀ ਕਰਨੇ ਨੇ, ਉਹਨਾਂ ਪ੍ਰਤੀ ਵੀ ਜਾਗਰੂਕਤਾ ਹੈ। ਤੇ ਉਹ ਪੱਕੇ ਤੌਰ ਦੇ ਉੱਤੇ ਸੰਵਿਧਾਨ ਦੇ ਵਿੱਚ ਦਰਜ ਨੇ। ਕੇਂਦਰ ਤੇ ਰਾਜਾਂ ਵਿੱਚ ਜ਼ਿੰਮੇਵਾਰ ਸਰਕਾਰਾਂ ਦੇ ਹੇਠਲੇ ਪੱਧਰ ਦਾ ਲੋਕਤੰਤਰ। ਇੱਕ ਗੱਲ ਹੋਰ ਜਿਹੜੀ ਉਹ ਰਹਿ ਗਈ ਸੀ ਉਹ ਇਹ ਹੈ ਕਿ ਕੇਂਦਰ ਤੇ ਰਾਜਾਂ ਦੇ ਵਿੱਚ ਜ਼ਿੰਮੇਵਾਰ ਸਰਕਾਰਾਂ ਨੇ ਸੰਸਦੀ ਤਰੀਕੇ ਦੀ ਜਿਹੜੀ ਵਿਵਸਥਾ ਇੱਥੇ, ਤੇ ਨਾਲ ਦੇ ਨਾਲ ਹੇਠਲੇ ਪੱਧਰ ਦਾ, ਕਿਉਂਕਿ ਆਮ ਲੋਕ ਨੇ ਜਿਹੜੇ ਹਰ ਨਿੱਕਾ ਮੋਟਾ ਮਸਲਾ ਅਸੀਂ ਆਪਣੀ ਵਿਧਾਨ ਸਭਾ ਦੇ ਵਿੱਚ ਜਾਂ ਸੰਸਦ ਦੇ ਵਿੱਚ ਡਿਸਕਸ ਨਹੀਂ ਕਰ ਸਕਦੇ। ਬਹੁਤ ਸਾਰੇ ਐਸੇ ਮਸਲੇ ਨੇ ਜਿਹੜੇ ਆਪਣੇ ਪਿੰਡ ਲੈਵਲ 'ਤੇ, ਸ਼ਹਿਰ ਲੈਵਲ 'ਤੇ ਡਿਸਕਸ ਕੀਤੇ ਜਾ ਸਕਦੇ ਨੇ ਜਾਂ ਉੱਥੇ ਹੱਲ ਕੀਤੇ ਜਾ ਸਕਦੇ ਨੇ। ਤਾਂ ਉਹਨਾਂ ਮਸਲਿਆਂ ਦੇ ਹੱਲ ਦੇ ਲਈ ਹੇਠਲੇ ਪੱਧਰ ਦੇ ਲੋਕਤੰਤਰ ਦੇ ਤੌਰ ਦੇ ਉੱਤੇ ਪਿੰਡਾਂ ਦੇ ਵਿੱਚ ਪੰਚਾਇਤਾਂ, ਸ਼ਹਿਰਾਂ ਦੇ ਵਿੱਚ ਨਗਰ ਪਾਲਿਕਾਵਾਂ, ਨਗਰ ਨਿਗਮ ਬਣਾਏ ਗਏ ਨੇ। ਤੇ ਜਿੱਥੇ ਵੀ ਇਸੇ ਤਰ੍ਹਾਂ ਜਿਹੜੀ ਚੋਣਾਂ ਹੁੰਦੀ ਹੈ ਤੇ ਜ਼ਿੰਮੇਵਾਰੀ ਦੇ ਤੌਰ ਦੇ ਉੱਤੇ ਪੰਚਾਇਤਾਂ ਚੁਣੀਆਂ ਜਾਂਦੀਆਂ ਨੇ। ਜਿਹੜਾ ਆਪਣਾ ਡੈਮੋਕ੍ਰੇਸੀ ਵਾਲਾ ਸਿਸਟਮ ਆ ਉੱਥੇ ਉਹ ਲਾਗੂ ਕੀਤਾ ਗਿਆ। ਸੁਤੰਤਰ, ਨਿਰਪੱਖ ਤੇ ਪਾਰਦਰਸ਼ੀ ਚੋਣਾਂ ਦੀ ਵਿਵਸਥਾ ਕੀਤੀ ਗਈ ਆ। ਉਹ ਹਰੇਕ ਸਿਸਟਮ ਦੇ ਲਈ, ਚਾਹੇ ਵਿਧਾਨ ਸਭਾ ਦੀਆਂ ਹੋਣ, ਚਾਹੇ ਲੋਕ ਸਭਾ ਦੀਆਂ ਹੋਣ, ਚਾਹੇ ਪੰਚਾਇਤਾਂ ਦੀਆਂ ਹੋਣ, ਚਾਹੇ ਨਗਰ ਪਾਲਿਕਾਵਾਂ ਦੀਆਂ ਹੋਣ। ਨਿਆਂਪਾਲਿਕਾ ਨੂੰ ਸੁਤੰਤਰ ਰੱਖਿਆ ਗਿਆ।
ਤੇ ਨਾਲ ਦੀ ਨਾਲ ਇਹ ਵੀ ਦੇਖਿਆ ਗਿਆ ਵੀ ਲੋਕਤੰਤਰ ਦੇ ਵਿੱਚ ਇੱਕ ਹੋਰ ਪ੍ਰੋਬਲਮ ਹੁੰਦੀ ਹੈ, ਕਿਉਂਕਿ ਭਾਰਤ ਦੇਸ਼ ਦੇ ਵਿੱਚ ਸਮਾਜਿਕ ਤੌਰ ਤੇ ਆਰਥਿਕ ਤੌਰ ਦੇ ਉੱਤੇ ਵਖਰੇਵਾਂ ਬਹੁਤ ਹੈ। ਪੁਰਾਣੇ ਸਮੇਂ ਦੇ ਵਿੱਚ ਜਾਤ ਪਾਤ ਦਾ ਸਿਸਟਮ ਹੋਣ ਕਰਕੇ ਪੁਰਾਣੇ ਸਮੇਂ ਦੇ ਵਿੱਚ ਜਿਹੜੇ ਲੋਕ ਸੀ, ਕਈਆਂ ਨੂੰ ਬਹੁਤ ਜ਼ਿਆਦਾ ਸਹੂਲਤਾਂ ਦਿੱਤੀਆਂ ਗਈਆਂ, ਕਈਆਂ ਨੂੰ ਨੀਵੇਂ ਸੁੱਟ ਦਿੱਤਾ ਗਿਆ ਸਮਾਜਿਕ ਤੌਰ ਤੇ। ਜਿਹੜੇ ਨੀਵੇਂ ਸੁੱਟੇ ਹੋਏ ਲੋਕ ਸੀ ਉਹ ਅੱਗੇ ਲੰਘ ਹੀ ਨਹੀਂ ਸਕੇ। ਲਗਭਗ 5000 ਸਾਲ ਦਾ ਸਮਾਂ ਇਹ ਮੰਨਿਆ ਜਾਂਦਾ ਹੈ ਵੀ ਇੰਨੇ ਸਮੇਂ ਦੇ ਵਿੱਚ, ਤੇ ਉਹ ਅੱਜ ਵੀ ਜਦੋਂ ਅਸੀਂ ਸਾਰਿਆਂ ਨੂੰ ਬਰਾਬਰ ਦੇ ਮੌਕੇ ਦਿੰਦੇ ਹਾਂ ਤਾਂ ਇਹ ਨਤੀਜਾ ਇਸ ਤਰੀਕੇ ਦਾ ਬਣ ਜਾਂਦਾ ਵੀ ਮੈਦਾਨ ਅਸੀਂ ਸਭ ਨੂੰ ਬਰਾਬਰ ਦਾ ਦੇ ਦਿੰਦੇ ਹਾਂ। ਇੱਕ ਭਲਵਾਨ 90 ਕਿਲੋ ਦਾ ਤੇ ਇੱਕ 10 ਕਿਲੋ ਦਾ, ਉਹਨਾਂ ਦਾ ਆਪਸ 'ਚ ਅਸੀਂ ਘੋਲ ਨਹੀਂ ਕਰਾ ਸਕਦੇ। ਇਸ ਕਰਕੇ ਜਿਹੜਾ 10 ਕਿਲੋ ਦਾ ਉਹਨੂੰ ਅਸੀਂ ਥੋੜ੍ਹੀ ਜਿਹੀ ਰਿਜ਼ਰਵੇਸ਼ਨ ਦੇ ਦਿੰਦੇ ਹਾਂ, ਭਾਵ ਕੋਟਾ ਸਿਸਟਮ ਦੇ ਦਿੰਦੇ ਹਾਂ, ਤਾਂ ਕਿ ਉਹ ਰਲ ਮਿਲ ਕੇ ਅੱਗੇ ਲੰਘ ਸਕੇ। ਤੇ ਹੌਲੀ ਹੌਲੀ ਜਦੋਂ ਉਹਨੂੰ ਇਸ ਸਾਰੇ ਸਿਸਟਮ ਦੀ ਸਮਝ ਆਵੇ, ਆਲੇ ਦੁਆਲੇ ਦੀ ਜ਼ਿੰਦਗੀ ਦੀ ਸਮਝ ਆਵੇ, ਉਹ ਇਹਦੇ ਵਿੱਚ ਰਹਿਣਾ ਸਿੱਖੇ ਤੇ ਜਿਹੜੀ ਆਪਦੀ ਪਾਵਰ ਹੈ, ਜਿਹੜਾ ਉਹਦੇ ਵਿੱਚ ਹੀਣ ਭਾਵਨਾ ਉਹ ਹੌਲੀ ਹੌਲੀ ਖਤਮ ਹੋਵੇ, ਤਾਂ ਅਸੀਂ ਇਹਨੇ ਅਨੁਸੂਚਿਤ ਜਾਤੀਆਂ, ਅਨੁਸੂਚਿਤ ਜਨਜਾਤੀਆਂ ਨੂੰ ਨਾਲ ਰਲਾਉਣ ਦੇ ਲਈ, ਪਛੜੀਆਂ ਸ਼੍ਰੇਣੀਆਂ ਨੂੰ, ਘੱਟ ਗਿਣਤੀਆਂ ਨੂੰ, ਉਹਨਾਂ ਵਾਸਤੇ ਵਿਸ਼ੇਸ਼ ਪ੍ਰਬੰਧ ਕੀਤੇ ਨੇ ਕਿ ਭਾਰਤੀ ਲੋਕਤੰਤਰ ਦੇ ਵਿੱਚ ਸਿਰਫ ਤੁਹਾਨੂੰ ਇਸੇ ਤਰ੍ਹਾਂ ਹੀ ਨਹੀਂ ਰੱਖਿਆ ਜਾਊਗਾ, ਸਗੋਂ ਨਾਲ ਦੀ ਨਾਲ ਮਿਲਾ ਕੇ ਜਿਹੜਾ ਸਾਰਿਆਂ ਨੂੰ ਉਹ ਚੱਲਿਆ ਜਾਊਗਾ। ਹੁਣ ਆਪਾਂ ਅੱਗੇ ਕਰ ਦਿਆਂਗੇ ਵੀ ਭਾਰਤੀ ਲੋਕਤੰਤਰ ਦੇ ਰਸਤੇ ਦੇ ਵਿੱਚ ਰੁਕਾਵਟਾਂ ਕੀ ਨੇ। ਸਾਡੇ ਸਾਹਮਣੇ ਬਹੁਤ ਸਾਰੀਆਂ ਰੁਕਾਵਟਾਂ ਨੇ। ਭਾਰਤੀ ਲੋਕਤੰਤਰ ਅੱਗੇ ਕਿਉਂ ਨਹੀਂ ਵੱਧ ਸਕਿਆ? ਸਭ ਤੋਂ ਵੱਡੀ ਰੁਕਾਵਟ ਗਰੀਬੀ ਹੈ। ਵੋਟ ਦਾ ਕੋਈ ਮਹੱਤਵ ਨਹੀਂ ਜਦੋਂ ਕੋਈ ਕਿਸੇ ਦੇ ਘਰ ਦਾਣੇ ਨਹੀਂ, ਵੋਟ ਦਾ ਉਹਦੇ ਲਈ ਕੋਈ ਮਹੱਤਵ ਨਹੀਂ ਹੈ, ਜਾਂ ਉਹਦੀ ਰਾਏ ਦਾ ਕੋਈ ਮਹੱਤਵ ਨਹੀਂ ਹੈ, ਕਿਉਂਕਿ ਉਹਦੇ ਲਈ ਦਾਣੇ ਮੁੱਖ ਨੇ, ਉਹਦੇ ਲਈ ਪੇਟ ਭਰਨਾ ਮੁੱਖ ਆ। ਭਾਰਤ ਦੇ ਵਿੱਚ ਇੱਕ ਵੱਡਾ ਹਿੱਸਾ, ਲਗਭਗ 26% ਇੰਡੀਅਨ ਨੇ ਜਿਹੜੇ ਉਹ ਹਲੇ ਵੀ ਜਿਹੜੇ ਆਪਣੀ ਗਰੀਬੀ ਰੇਖਾ ਉਹ ਤੋਂ ਥੱਲੇ ਨੇ, ਰੋਟੀ ਕੱਪੜਾ ਮਕਾਨ ਦੇ ਲਈ ਮੁਹਤਾਜ ਨੇ। ਤਾਂ ਉਸ ਸਥਿਤੀ ਦੇ ਵਿੱਚ ਕਿਉਂਕਿ ਵੋਟ ਦੇਣਾ ਲੋਕਤੰਤਰ ਦੇ ਵਿੱਚ ਇੱਕ ਬਹੁਤ ਸਮਝਦਾਰ ਨਾਗਰਿਕ ਦਾ ਕੰਮ ਹੁੰਦਾ ਹੈ, ਜਿਹਨੇ ਬਿਨਾਂ ਕਿਸੇ ਧਰਮ ਦੇ ਦਬਾਅ ਤੋਂ, ਬਿਨਾਂ ਕਿਸੇ ਜਾਤ ਦੇ ਦਬਾਅ ਤੋਂ, ਬਿਨਾਂ ਕਿਸੇ ਗਰੀਬੀ ਅਮੀਰੀ ਜਾਂ ਕਿਸੇ ਪੈਸੇ ਦੇ ਲਾਲਚ ਤੋਂ ਹਟ ਕੇ ਸਗੋਂ ਆਪਣੀ ਸਮਝ ਦੇ ਨਾਲ ਇੱਕ ਸਰਕਾਰ ਨੂੰ ਚੁਣਨਾ ਹੁੰਦਾ। ਪਰ ਆਪਾਂ ਨੂੰ ਪਤਾ ਵੀ ਜਿੱਥੇ 26% ਲੋਕ ਗਰੀਬੀ ਰੇਖਾ ਦੇ ਹੇਠਾਂ ਹੋਣ, ਉੱਥੇ ਲੋਕਤੰਤਰ ਦੇ ਲਈ ਸਹੀ ਵੋਟਿੰਗ ਹੋਣੀ ਜਿਹੜੀ ਉਹ ਔਖੀ ਹੈ। ਸਰਕਾਰ ਨੂੰ ਚਾਹੀਦਾ ਵੀ ਜਿਹੜੀ ਲੋਕਾਂ ਦੀ ਸਥਿਤੀ ਹੈ ਉਹਦੇ ਵਿੱਚ ਸੁਧਾਰ ਕੀਤਾ ਜਾਵੇ, ਤਾਂ ਕਿ ਅਗਲੇ ਸਮੇਂ ਦੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਲੋਕਤੰਤਰ ਆ ਉਹ ਹੋਰ ਵੀ ਤਰੱਕੀ ਕਰੇ, ਹੋਰ ਵੀ ਵਿਕਾਸ ਕਰੇ। ਅਗਿਆਨਤਾ ਜਾਂ ਆਪਾਂ ਅਨਪੜ੍ਹਤਾ ਕਹਿ ਸਕਦੇ ਹਾਂਗੇ। ਅਗਿਆਨਤਾ ਅਤੇ ਅਨਪੜ੍ਹਤਾ ਹੈ ਤਾਂ ਅੱਡ ਅੱਡ ਚੀਜ਼ਾਂ ਨੇ, ਕਿਉਂਕਿ ਭਾਰਤ ਦੇਸ਼ ਦੇ ਵਿੱਚ ਅੰਧ ਵਿਸ਼ਵਾਸ, ਪੁਰਾਣੇ ਸਮੇਂ ਦੇ ਵਿੱਚ ਜਿਹੜੇ ਅੰਧ ਵਿਸ਼ਵਾਸੀ ਧਰਮ ਸੀ ਉਹਨਾਂ ਨੇ ਬਹੁਤ ਕੁਛ ਐਵੇਂ ਦਾ ਫੈਲਾਇਆ ਲੋਕਾਂ ਦੇ ਵਿੱਚ ਕਿ ਅੱਜ ਵੀ ਸਾਡੇ ਲੋਕ ਉਸ ਅਗਿਆਨਤਾ ਨੂੰ ਫੋਲੋ ਕਰਦੇ ਨੇ। ਭਾਵੇਂ ਸਾਇੰਸ ਨੂੰ ਤਰੱਕੀ ਕਰਨ ਨੂੰ ਬਹੁਤ ਟਾਈਮ ਹੋ ਗਿਆ, ਜਾਂ ਹੌਲੀ ਹੌਲੀ ਹੁਣ ਵੀ ਕੋਸ਼ਿਸ਼ ਆ, ਸਾਇੰਸ ਦਾ ਯੁੱਗ ਅੱਜ ਦੇ ਜ਼ਮਾਨੇ ਨੂੰ ਕਿਹਾ ਜਾਂਦਾ, ਕੰਪਿਊਟਰ ਦਾ ਯੁੱਗ ਕਿਹਾ ਜਾਂਦਾ, ਪਰ ਅੱਜ ਵੀ ਸਾਡੇ ਜਿਹੜੇ ਬਹੁਤ ਲੋਕ ਨੇ ਉਹ ਆਪਣੇ ਅਗਿਆਨਤਾ ਦੇ ਵਿੱਚ ਜਿਉ ਰਹੇ ਨੇ। ਤਾਂ ਉਸ ਅਗਿਆਨਤਾ ਦੇ ਵਿੱਚ ਜਿਉਂਦੇ ਲੋਕਾਂ ਨੂੰ ਲੋਕਤੰਤਰ ਵਰਗੀ ਸਿਸਟਮ ਦੇ ਵਿੱਚ ਲੈ ਕੇ ਆਉਣਾ ਔਖੀ ਗੱਲ ਹੈ, ਔਖੀ ਹੈ ਪਰ ਨਾਮੁਮਕਿਨ ਨਹੀਂ ਹੈ। ਅਗਿਆਨਤਾ ਨੂੰ ਖਤਮ ਕਰਨਾ ਪਊਗਾ, ਲੋਕਾਂ ਨੂੰ ਸਮਝਾਉਣਾ ਪਊਗਾ, ਅਤੇ ਇਸ ਅਗਿਆਨਤਾ ਨੂੰ ਖਤਮ ਕਰਕੇ ਜਿਹੜੀ ਸਿੱਖਿਆ ਹੈ ਉਹਦੇ ਨਾਲ ਜਿਹੜੇ ਨਵੇਂ ਨਾਗਰਿਕ ਜਿਹੜੇ ਪੈਦਾ ਹੋ ਰਹੇ ਨੇ ਉਹਨਾਂ ਨੂੰ ਸਮਝਾ ਕੇ ਅੱਗੇ ਵਧਾਇਆ ਜਾ ਸਕਦਾ। ਲਿੰਗ ਅਸਮਾਨਤਾ, ਆਪਾਂ ਨੂੰ ਪਤਾ ਮੁੰਡੇ ਕੁੜੀ ਦੇ ਵਿੱਚ ਫਰਕ ਰੱਖਿਆ ਜਾਂਦਾ ਹੈ। ਭਾਰਤ ਦੇ ਵਿੱਚ ਬਹੁਤ ਵੱਡੇ ਜਿਹੜੇ ਅਹੁਦੇ ਨੇ, ਪਿੱਛੇ ਜੇ ਆਪਾਂ ਨੇ ਦੇਖਿਆ ਕਿ ਚਾਹੇ ਰਾਸ਼ਟਰਪਤੀ ਹੋਵੇ, ਚਾਹੇ ਹੋਰ ਬਹੁਤ ਸਾਰੇ ਅਹੁਦੇ ਹੋਣ, ਜਿਨ੍ਹਾਂ ਦੇ ਵਿੱਚ ਔਰਤਾਂ ਬਹੁਤ ਪਿੱਛੇ ਨੇ, ਬਹੁਤ ਘੱਟ ਜਿਹੜੇ ਅਹੁਦੇ ਨੇ ਉਹ ਔਰਤਾਂ ਵੱਲੋਂ ਪ੍ਰਾਪਤ ਕੀਤੇ ਜਾਂਦੇ ਨੇ, ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਉਹਨਾਂ ਨੂੰ ਘਰ ਦੇ ਕੰਮਾਂ ਦੇ ਵਿੱਚ ਜ਼ਿਆਦਾ ਲਗਾਇਆ ਜਾਂਦਾ ਸੀ। ਮਨੁੱਖ ਬਾਹਰੀ ਕੰਮ ਕਰਦਾ ਹੋਣ ਕਰਕੇ ਜਿਹੜੇ ਸਾਰੇ ਸਿਸਟਮ ਹੈ ਭਾਰਤ ਦਾ ਉਹਦੇ ਵਿੱਚ ਅੱਗੇ ਨਿਕਲ ਗਿਆ। ਤਾਂ ਕਿਉਂਕਿ ਜੇ ਆਪਾਂ ਦੇਖੀਏ ਤਾਂ ਅੱਧੀ ਆਬਾਦੀ ਹੈ ਦੇਸ਼ ਦੀ, 50% ਆਬਾਦੀ ਹੈ ਲਿੰਗ, ਕਿਉਂਕਿ ਲੋਕਤੰਤਰ ਦਾ ਸਿਸਟਮ ਇਹ ਕਹਿੰਦਾ ਵੀ ਤੁਸੀਂ ਲਿੰਗ ਦੇ ਆਧਾਰ 'ਤੇ, ਜਾਤ ਦੇ ਆਧਾਰ 'ਤੇ, ਧਰਮ ਦੇ ਆਧਾਰ 'ਤੇ ਕੋਈ ਵੀ ਡਿਸਕ੍ਰਿਮੀਨੇਸ਼ਨ ਨਹੀਂ ਕਰ ਸਕਦੇ। ਇਸ ਕਰਕੇ ਲਿੰਗ ਅਸਮਾਨਤਾ ਨੂੰ ਵੀ ਖਤਮ ਕਰਨਾ ਪਊ, ਸਭ ਨੂੰ ਬਰਾਬਰ ਦੇ ਮੌਕੇ ਦੇਣੇ ਪੈਣਗੇ। ਜਾਤੀਵਾਦ ਇੱਕ ਬਹੁਤ ਵੱਡੀ ਪ੍ਰੋਬਲਮ ਹੈ, ਕਿਉਂਕਿ ਭਾਰਤ ਦੇ ਵਿੱਚ ਪੁਰਾਣੇ ਸਮੇਂ ਤੋਂ ਹੀ ਆਪਾਂ ਗੱਲ ਕਰਕੇ ਹਟਾਂਗੇ, ਇੱਥੇ ਛੂਤ ਛਾਤ, ਇੱਕ ਦੂਜੇ ਨੂੰ ਉੱਚਾ ਨੀਵਾਂ ਸਮਝਣਾ, ਇਹ ਬਹੁਤ ਭੈੜਾ ਜਿਹੜਾ ਸਿਸਟਮ ਇੱਥੇ ਚੱਲਿਆ ਹੋਇਆ ਸੀ। ਜਿੰਨਾ ਚਿਰ ਅਸੀਂ ਜਾਤੀਵਾਦ ਨੂੰ ਖਤਮ ਨਹੀਂ ਕਰਦੇ, ਕਿਉਂਕਿ ਭਾਰਤ ਦੀਆਂ ਜਿਹੜੀਆਂ ਪਾਰਟੀਆਂ ਨੇ ਉਹ ਜਾਤ ਦੇ ਆਧਾਰ 'ਤੇ ਵੋਟਾਂ ਮੰਗਦੀਆਂ ਨੇ, ਜਾਤ ਦੇ ਆਧਾਰ 'ਤੇ ਜਿਹੜੇ ਆਪਦੇ ਕੈਂਡੀਡੇਟ ਨੇ ਉਹਨਾਂ ਨੂੰ ਟਿਕਟਾਂ ਦਿੰਦੀਆਂ ਨੇ। ਇਹ ਸਿਸਟਮ ਬਹੁਤ ਮਾੜਾ ਗਾ। ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਭਾਰਤ ਦੇ ਲੋਕਾਂ ਦੇ ਮਨਾਂ ਦੇ ਵਿੱਚੋਂ
ਜਿਹੜਾ ਜਾਤੀਵਾਦ ਦਾ ਕੀੜਾ ਉਹ ਕੱਢ ਦੇਣਾ ਚਾਹੀਦਾ। ਜਿਹੜੇ ਲੋਕ ਨੂੰ ਅਖੌਤੀ ਨੀਵੀਆਂ ਜਾਤਾਂ ਦਾ ਕਿਹਾ ਜਾਂਦਾ ਉਹਨਾਂ ਦੇ ਵਿੱਚੋਂ ਹੀਣ ਭਾਵਨਾ ਖਤਮ ਕਰਕੇ ਬਰਾਬਰ ਬਿਠਾਉਣਾ ਚਾਹੀਦਾ ਤੇ ਹੌਲੀ ਹੌਲੀ ਜਿਹੜਾ ਇਹ ਜਿਹੜਾ ਸਾਡੇ ਗ੍ਰਹਿਣ ਲੱਗਿਆ ਹੋਇਆ ਇਹਨੂੰ ਖਤਮ ਕਰਨਾ ਚਾਹੀਦਾ ਤਾਂ ਕਿ ਲੋਕਤੰਤਰ ਹੈ ਹੋਰ ਵੀ ਤਰੱਕੀ ਕਰ ਸਕੇ। ਧਾਰਮਿਕ ਕੱਟੜਤਾ ਜਾਂ ਆਪਾਂ ਸੰਪਰਦਾਇਕਤਾ ਕਹਿ ਸਕਦੇ ਹਾਂ। ਆਪਾਂ ਦੇਖਦੇ ਹਾਂ ਵੀ ਵੋਟਾਂ ਦੇ ਸਮੇਂ ਦੇ ਵਿੱਚ ਕਿਉਂਕਿ ਜਿਹੜੀਆਂ ਪੋਲੀਟੀਕਲ ਪਾਰਟੀਆਂ ਹੁੰਦੀਆਂ ਨੇ ਉਹ ਲੋਕਾਂ ਨੂੰ ਜਾਂ ਵੱਖ-ਵੱਖ ਧਰਮਾਂ ਦੇ ਲੋਕਾਂ ਨੂੰ ਇੱਕ ਵੋਟ ਬੈਂਕ ਦੇ ਤੌਰ ਤੇ ਦੇਖਦੀਆਂ ਨੇ ਤਾਂ ਉਸ ਦੇ ਹਿਸਾਬ ਨਾਲ ਹੀ ਟਿਕਟਾਂ ਦਿੰਦੀਆਂ ਨੇ। ਜਿੱਥੇ ਕਿਸੇ ਵੀ ਧਰਮ ਦੇ ਲੋਕ ਜ਼ਿਆਦਾ ਰਹਿੰਦੇ ਨੇ ਤਾਂ ਉੱਥੋਂ ਦਾ ਕੈਂਡੀਡੇਟ ਵੀ ਉਸੇ ਧਰਮ ਦਾ ਹੀ ਦੇਖ ਕੇ ਦਿੱਤਾ ਜਾਂਦਾ। ਜਾਂ ਜੇ ਕਿਤੇ ਆਪਣਾ ਦੰਗੇ ਕਰਵਾ ਕੇ ਕਿਸੇ ਧਿਰ ਨੂੰ ਫਾਇਦਾ ਹੁੰਦਾ ਹੈ ਤਾਂ ਉਹ ਵੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸੰਪਰਦਾਇਕਤਾ ਕਰਕੇ ਧਰਮਾਂ ਦੇ ਆਪਸੀ ਰੌਲੇ ਦੇ ਕਰਕੇ ਬਹੁਤ ਸਾਰਾ ਜਿਹੜਾ ਵੋਟਾਂ ਦਾ ਸਿਸਟਮ ਆ ਉਹ ਇਮਾਨਦਾਰ ਤਰੀਕੇ ਨਾਲ ਨਹੀਂ ਚੱਲਦਾ। ਸਗੋਂ ਅਸੀਂ ਇੱਕ ਇਮਾਨਦਾਰ ਇਨਸਾਨ ਦੀ ਜਗ੍ਹਾ ਉਹਦਾ ਧਰਮ ਦੇਖਦੇ ਹਾਂ, ਉਹਦੀ ਜਾਤ ਦੇਖਦੇ ਹਾਂ। ਖੇਤਰਵਾਦ ਇੱਕ ਬਹੁਤ ਵੱਡੀ ਪ੍ਰੋਬਲਮ ਹੈ। ਭਾਵੇਂ ਇੱਕ ਗੱਲ ਜ਼ਰੂਰੀ ਆ ਵੀ ਲੋਕਤੰਤਰ ਦੇ ਵਿੱਚ ਖੇਤਰਵਾਦ ਦੀ ਬਹੁਤ ਵੱਡੀ ਮਹੱਤਤਾ, ਕਿਉਂਕਿ ਅਸੀਂ ਇਹ ਗੱਲ ਕਹਿੰਦੇ ਹਾਂ ਵੀ ਜਿਹੜੇ ਲੋਕ ਜਿੱਥੇ ਰਹਿ ਰਹੇ ਨੇ ਉੱਥੇ ਉਹਨਾਂ ਦਾ ਹੀ ਰਾਜ ਹੋਵੇ ਤਾਂ ਇਹਦਾ ਮਤਲਬ ਇਹ ਗੱਲ ਸਿੱਧੀ ਹੈ ਵੀ ਉਸ ਖੇਤਰ ਦੇ ਵਿੱਚ ਰਹਿਣ ਵਾਲੇ ਲੋਕਾਂ ਦਾ ਉਸ ਖੇਤਰ ਦੇ ਆਪਣੀ ਹੀ ਸਰਕਾਰ ਹੋਵੇ। ਤਾਂ ਪਰੰਤੂ ਖੇਤਰਵਾਦ ਦਾ ਕਈ ਵਾਰੀ ਜਿਹੜਾ ਵੱਖਵਾਦ ਵਾਲਾ ਰੂਪ ਆ ਉਹ ਬਹੁਤ ਭੈੜਾ ਹੋ ਜਾਂਦਾ ਹੈ। ਜਿਹੜਾ ਆਪਣਾ ਜਿਹੜਾ ਭਾਰਤ ਸੰਘ ਹੈ ਉਹ ਤੋਂ ਅਲੱਗ ਹੋਣ ਦੀ ਕੋਸ਼ਿਸ਼ ਕਰਦਾ ਹੈ। ਅਲੱਗ ਹੋਣ ਦੀ ਕੋਸ਼ਿਸ਼ ਦੇ ਵਿੱਚ ਜਿਹੜੇ ਭਾਰਤ ਚਾਹੇ ਵੋਟ ਸਿਸਟਮ ਹੈ, ਚਾਹੇ MP MLA ਨੂੰ ਚੁਣਨ ਵਾਲਾ ਸਿਸਟਮ ਆ ਉਹ ਤੋਂ ਅਲੱਗ ਹੋਣ ਦੀ ਜਿਹੜੀ ਕੋਸ਼ਿਸ਼ ਕਰਨ ਦੇ ਨਾਲ ਵੋਟਾਂ ਦੇ ਵਿੱਚ ਹਿੱਸਾ ਨਾ ਲੈਣਾ ਜਾਂ ਵੋਟਾਂ ਵਾਲੇ ਸਿਸਟਮ ਨੂੰ ਡਿਸਟਰਬ ਕਰਨਾ, ਐਵੇਂ ਦੀਆਂ ਬਹੁਤ ਸਾਰੀਆਂ ਕੋਸ਼ਿਸ਼ਾਂ ਨੇ ਜਿਹੜੀਆਂ ਉਹ ਕੀਤੀਆਂ ਜਾਂਦੀਆਂ ਨੇ, ਜਿਹਦੇ ਕਰਕੇ ਜਿਹੜਾ ਖੇਤਰਵਾਦ ਹੈ ਇਹ ਵੀ ਲੋਕਤੰਤਰ ਦੇ ਉੱਤੇ ਮਾੜਾ ਅਸਰ ਆ ਜਿਹੜਾ ਉਹ ਪਾਉਂਦਾ ਹੈ। ਇਹਦੇ ਨਾਲ ਹੀ ਰਾਜਨੀਤਿਕ ਹਿੰਸਾ ਦੀ ਆਪਾਂ ਗੱਲ ਕਰਦੇ ਹਾਂ। ਬਹੁਤ ਸਾਰੀਆਂ ਘਟਨਾਵਾਂ ਐਸੀਆਂ ਹੁੰਦੀਆਂ ਨੇ, ਬਹੁਤ ਸਾਰੇ ਚਾਹੇ ਆਪਾਂ ਦੰਗੇ ਇਹਦੇ ਵਿੱਚ ਵੀ ਕਹਿ ਸਕਦੇ ਹਾਂ, ਮਾਰ ਕਟਾਈ ਦੀ ਗੱਲ ਕਹਿ ਸਕਦੇ ਹਾਂ ਕਿ ਬੰਬ ਬਲਾਸਟ ਦੀ ਗੱਲ ਕਹਿ ਸਕਦੇ ਹਾਂ ਕਿ ਰਾਜਨੀਤਿਕ ਹਿੰਸਾ ਪੋਲੀਟੀਕਲ ਵਾਇਲੈਂਸ ਬਹੁਤ ਜਗ੍ਹਾ 'ਤੇ ਹੁੰਦੀ ਹੈ ਜਿਹੜੀ ਲੋਕਤੰਤਰ ਦੇ ਸਹੀ ਰੂਪ ਨੂੰ ਹਟਾਉਂਦੀ ਹੈ। ਕਿਉਂਕਿ ਕਾਰਨ ਇਹ ਹੈ ਵੀ ਆਪਾਂ ਵਾਰ-ਵਾਰ ਇਹੀ ਗੱਲ ਕਹਿ ਰਹੇ ਹਾਂ ਕਿ ਲੋਕਤੰਤਰ ਦਾ ਅਸਲ ਮਤਲਬ ਇਹ ਹੈ ਵੀ ਤੁਸੀਂ ਬਿਨਾਂ ਕਿਸੇ ਲੜਾਈ ਝਗੜੇ ਤੋਂ, ਬਿਨਾਂ ਕਿਸੇ ਜਾਤ ਧਰਮ ਰੰਗ ਰੂਪ ਦੇ ਆਧਾਰ ਤੋਂ ਬਿਨਾਂ ਬਿਲਕੁਲ ਸਾਫ ਸੁਥਰੇ ਤੌਰ ਦੇ ਉੱਤੇ ਇੱਕ ਇਨਸਾਨ ਨੂੰ ਤੁਸੀਂ ਨੇ ਜਿਹੜਾ ਤੁਹਾਡਾ ਆਗੂ ਆ ਉਹਨੂੰ ਚੁਣਨਾ ਹੈ ਅਤੇ ਉਹਦਾ ਜਿਹੜਾ ਕੰਮ ਹੈ ਉਹ ਬਿਲਕੁਲ ਜੇ ਸਹੀ ਹੈ ਤਾਂ ਠੀਕ ਹੈ, ਜੇ ਨਹੀਂ ਸਹੀ ਹੈਗਾ ਤਾਂ ਤੁਸੀਂ ਉਹਦਾ ਵਿਰੋਧ ਕਰਨਾ ਹੈ। ਇਹਦੇ ਵਿੱਚ ਕੋਈ ਰਿਸ਼ਤਾ ਨਾਤਾ ਨਹੀਂ, ਕੋਈ ਇਹਦੇ ਵਿੱਚ ਪੱਖਪਾਤ ਤੋਂ ਬਿਨਾਂ ਸਭ ਕੁਛ ਹੋਣਾ ਚਾਹੀਦਾ ਹੈ। ਤਾਂ ਇਹ ਬਹੁਤ ਸਾਰੀਆਂ ਪ੍ਰੋਬਲਮਾਂ ਨੇ। ਇਹਨਾਂ ਨੂੰ ਆਪਾਂ ਸਹੀ ਕਿਵੇਂ ਕਰ ਸਕਦੇ ਹਾਂ? ਵਿੱਦਿਆ ਦਾ ਪ੍ਰਸਾਰ ਕਰਕੇ। ਜੇ ਆਪਾਂ ਪੜ੍ਹਾਈ ਜਿਹੜੀ ਹਰੇਕ ਇਨਸਾਨ ਜਦੋਂ ਪੜ੍ਹਦਾ ਹੈਗਾ ਤਾਂ ਵਿੱਦਿਆ ਦੇ ਪ੍ਰਸਾਰ ਦੇ ਰਾਹੀਂ ਜਿਹੜਾ ਸਹੀ ਆ ਉਹ ਹੋ ਸਕਦਾ, ਕਿਉਂਕਿ ਲੋਕਾਂ ਨੂੰ ਸਮਝ ਆਊਗੀ ਅਤੇ ਜਦ ਇਹ ਆਪਾਂ ਨੂੰ ਪਤਾ ਲੱਗਦਾ ਵੀ ਆਹ ਗੱਲਾਂ ਮਾੜੀਆਂ ਨੇ, ਆਹ ਗੱਲਾਂ ਚੰਗੀਆਂ ਨੇ। ਇਸ ਕਰਕੇ ਜਿਹੜੀ ਗੱਲ ਚੰਗੀ ਆ ਤਾਂ ਉਹਦੇ ਨਾਲ ਗਰੀਬੀ ਦਾ ਖਾਤਮਾ ਕਰਕੇ, ਲਿੰਗ ਅਸਮਾਨਤਾ ਦੂਰ ਕਰਕੇ, ਉੱਚ ਨੈਤਿਕ ਚਰਿੱਤਰ ਜਿਹੜਾ ਸਾਡਾ ਕਰੈਕਟਰ ਆ ਉਹਨੂੰ ਉੱਚਾ ਕਰਕੇ, ਨਿਆਂਪਾਲਿਕਾ ਸੁਤੰਤਰ ਬਣਾ ਕੇ ਜਿਹੜੀਆਂ ਉਹਨਾਂ ਦੀ ਪ੍ਰੋਬਲਮਾਂ ਨੇ, ਜਾਂ ਨਿਆਂਪਾਲਿਕਾ ਦੇ ਵਿੱਚ ਹੁਣ ਬਹੁਤ ਸਾਰੀਆਂ ਪ੍ਰੋਬਲਮਾਂ ਇਸ ਤਰ੍ਹਾਂ ਆ ਰਹੀਆਂ ਨੇ ਕਿ ਕੇਸਾਂ ਦੀ ਗਿਣਤੀ ਬਹੁਤ ਜ਼ਿਆਦਾ ਆ ਪਰ ਜੱਜਾਂ ਦੀ ਗਿਣਤੀ ਘੱਟ ਹੈ। ਐਵੇਂ ਦੇ ਜਿਹੜੀਆਂ ਪ੍ਰੋਬਲਮਾਂ ਨੂੰ ਜਿਹੜਾ ਖਤਮ ਕੀਤਾ ਜਾਣਾ ਚਾਹੀਦਾ। ਭ੍ਰਿਸ਼ਟਾਚਾਰ ਨੂੰ ਖਤਮ ਕੀਤਾ ਜਾਣਾ ਚਾਹੀਦਾ। ਲੋਕਤੰਤਰ ਵਿੱਚ ਵਿਸ਼ਵਾਸ ਬਣਾਉਣਾ ਚਾਹੀਦਾ ਲੋਕਾਂ ਨੂੰ। ਵੋਟ ਦਾ ਸਮਝਦਾਰੀ ਨਾਲ ਪ੍ਰਯੋਗ ਕਰਨਾ ਚਾਹੀਦਾ। ਤਾਂ ਬਹੁਤ ਸਾਰੀ ਐਵੇਂ ਦੀ ਗੱਲ ਹੈਗੀ। ਤਾਂ ਪਿਆਰੇ ਵਿਦਿਆਰਥੀਓ, ਇੱਕ ਕੁਝ ਸਮੇਂ ਦੇ ਵਿੱਚ ਆਪਾਂ ਨੇ ਇਸ ਲੈਕਚਰ ਦੇ ਰਾਹੀਂ ਦੇਖਿਆ ਵੀ ਭਾਰਤੀ ਲੋਕਤੰਤਰ ਦੀਆਂ ਕੀ ਵਿਸ਼ੇਸ਼ਤਾਵਾਂ ਨੇ ਅਤੇ ਕੀ ਸਮੱਸਿਆਵਾਂ ਨੇ। ਆਸ ਕਰਦੇ ਹਾਂ ਇਹ ਲੈਕਚਰ ਆ ਜਿਹੜਾ ਤੁਹਾਨੂੰ ਪਸੰਦ ਆਇਆ ਹੋਵੇਗਾ ਅਤੇ ਤੁਹਾਡੀ ਪੜ੍ਹਾਈ ਦੇ ਲਈ ਇਹ ਤੁਹਾਨੂੰ ਸਹਾਇਤਾ ਕਰੇਗਾ। ਬਹੁਤ ਬਹੁਤ ਧੰਨਵਾਦ।